गुरपूरन नारायण है, गुरदयाल समरथ गुर, गुरु नानक पतत उदाहरण है। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तारे। चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਬਾਲਾ ਪ੍ਰੀਤਮ ਤਿੰਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਗਿਆਨੀ ਰਣਜੀਤ ਸਿੰਘ ਹੁਣਾ ਆਪ ਸੰਗਤਾਂ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਫੁਰਮਾਨ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਣ ਸਮੂਹ ਫਲ ਸਗਲ ਮਨੋਰਥ, ਪੂਰਨ ਹੋਈ ਆਸ ਹਮਾਰੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਸਵਈਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1388 ਅਤੇ 1399 ਅੰਗ ਉੱਪਰ ਦਰਜ ਹੈ। ਮਹਾਰਾਜ ਇੱਥੇ ਸਮੁੱਚੀ ਮਨੁੱਖਤਾ ਲਈ ਫੁਰਮਾਨ ਕਰਦੇ ਨੇ, ਕਹਿੰਦੇ ਪਰਮਾਤਮਾ ਨੂੰ ਜਪਣ ਵਾਲਾ ਸਮੂਹ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਗੁਣ ਦਾ ਮਤਲਬ ਹੈ ਸਿਫਤ, ਵਿਸ਼ੇਸ਼ਣ, ਨੇਕ ਅਮਲ। ਹੁਣ ਇੱਥੇ ਕਈ ਮਹਾਨ ਗੁਣ ਨੇ, ਸਤ, ਸੰਤੋਖ, ਦਇਆ, ਧਰਮ ਆਦਿਕ। ਇਹ ਕਹਿੰਦੇ ਉਸ ਨੂੰ ਹਾਸਲ ਹੋ ਗਏ। ਅੱਗੇ ਹੈ ਫਲ। ਫਲ ਤੋਂ ਭਾਵ ਹੈ ਕਰਮ ਦਾ ਚੰਗਾ ਨਤੀਜਾ ਮਿਲ ਜਾਣਾ, ਕੋਈ ਲਾਭ ਮਿਲ ਜਾਣਾ, ਕਾਰਜ ਸਿੱਧੀ ਹੋ ਜਾਣੀ, ਕਾਮਯਾਬੀ ਹੋ ਜਾਣੀ। ਨਾਮ ਜਪਣ ਵਾਲੇ ਨੂੰ ਅਨੇਕਾਂ ਫਲ ਪ੍ਰਾਪਤ ਹੁੰਦੇ ਨੇ। ਅੱਗੇ ਹੈ ਮਨੋਰਥ। ਹਰ ਪ੍ਰਕਾਰ ਦਾ ਜੋ ਉਹਦਾ ਮਨ ਅੰਦਰ ਫੁਰਨਾ ਹੈ, ਜੋ ਮਨ ਦੀ ਇੱਛਾ ਹੈ, ਸੰਕਲਪ ਹੈ, ਉਹ ਪੂਰਾ ਹੋ ਜਾਂਦਾ ਹੈ। ਅੱਗੇ ਲਫ਼ਜ਼ ਵਰਤਿਆ ਹੈ ਆਸ। ਉਮੈਦ ਨੂੰ ਕਹਿੰਦੇ ਨੇ, ਚਾਹ ਨੂੰ। ਦਿਲ ਦੀ ਚਾਹਨਾ ਪੂਰੀ ਹੋ ਜਾਂਦੀ ਹੈ। ਬਾਣੀ ਕਹਿੰਦੀ ਹਰ ਸੰਗ ਰਾਤੇ ਪੂਰਨ ਆਸ। ਜਿਹੜਾ ਹਰੀ ਦੇ ਰੰਗ ਵਿੱਚ ਰੰਗਿਆ ਹੈ, ਉਹਦੀ ਹਰ ਆਸ ਪਰਮਾਤਮਾ ਪੂਰੀ ਕਰ ਦਿੰਦਾ ਹੈ। ਇਹ ਨਾਮ ਦੀ ਬਰਕਤ ਹੈ। Your all hopes will be fulfilled by meditating on the name of Lord। ਖੁਦਾ ਦੇ ਗੀਤ ਗਾ, ਮਨ ਦੀ ਮੁਰਾਦ ਪੂਰੀ ਹੋਵੇਗੀ। ਅੱਗੇ ਮਹਾਰਾਜ ਕਹਿੰਦੇ ਨੇ ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਅਰੋਗ ਖੰਡਨ ਗੁਣਕਾਰੀ। ਪਰਮਾਤਮਾ ਦਾ ਜਿਹੜਾ ਨਾਮ ਹੈ ਸਭ ਤੋਂ ਵੱਡਾ ਮੰਤਰ ਹੈ, ਜੋ ਹਰ ਰੋਗ ਸੋਗ ਦੀ ਦਵਾਈ ਹੈ। ਹਰ ਰੋਗ ਨੂੰ ਖੰਡਨ ਕਰੇਗਾ ਔਰ ਤੈਨੂੰ ਗੁਣਾਂ ਦੇ ਸਹਿਤ ਕਰੇਗਾ। ਔਖਦ ਲਫ਼ਜ਼ ਵਰਤਿਆ ਹੈ, ਔਸ਼ਧੀ ਨੂੰ ਕਹਿੰਦੇ ਨੇ, ਜੜੀ ਬੂਟੀ ਨੂੰ ਕਹਿੰਦੇ ਨੇ, ਦਵਾਈ ਨੂੰ। ਮੰਤਰ
ਗੁਪਤ ਬਾਤ ਨੂੰ ਕਿਹਾ ਜਾਂਦਾ ਹੈ, ਸਲਾਹ ਮਸ਼ਵਰੇ ਨੂੰ ਕਿਹਾ ਜਾਂਦਾ ਹੈ, ਗੁਰ ਉਪਦੇਸ਼ ਨੂੰ ਕਿਹਾ ਜਾਂਦਾ ਹੈ, ਜਾਂ ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣ ਲਈ ਕੋਈ ਖਾਸ ਟੱਪੇ ਦਾ ਅਭਿਆਸ ਕਰਨਾ, ਚਾਲੀਸਾ ਕੱਢਣਾ। ਕਹਿੰਦੇ ਇਹ ਜਿਤਨੇ ਵੀ ਮੰਤਰ ਨੇ ਜਾਂ ਤੰਤਰ ਨੇ, ਤੰਤਰ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਕੁਝ ਖਾਸ ਤਰੀਕੇ ਵਰਤਨੇ। ਕਹਿੰਦੇ ਇਹਨਾਂ ਸਭ ਮੰਤਰਾਂ ਤੰਤਰਾਂ ਨਾਲੋਂ ਵੱਡਾ ਅਕਾਲ ਪੁਰਖ ਦਾ ਨਾਮ ਰੂਪੀ ਮੰਤਰ ਹੈ, ਜੋ ਤੇਰੇ ਦੁੱਖ ਹਰੇਗਾ, ਤੇਰੇ ਜੀਵਨ ਦੇ ਵਿਘਨ ਹਰੇਗਾ, ਤੇਰੀ ਖੇਚਲ ਖਤਮ, ਤਕਲੀਫ ਖਤਮ, ਖੇਦ ਖਤਮ, ਬਿਮਾਰੀ ਖਤਮ, ਸਰੀਰ ਦਾ ਕੋਈ ਵੀ ਰੋਗ ਹੈ ਉਸ ਨੂੰ ਖਤਮ ਕਰੇਗਾ। ਖੰਡਨ ਖਤਮ ਨੂੰ ਕਹਿੰਦੇ ਨੇ, ਤੋੜ ਦੇਣਾ, ਮਿਟਾ ਦੇਣਾ, ਟੁਕੜੇ ਕਰ ਦੇਣਾ। ਐਸਾ ਗੁਣਕਾਰੀ ਮੰਤਰ ਹੈ ਗੁਰੂ ਦਾ ਨਾਮ। ਕਹਿੰਦੇ ਇਹ ਨਾਮ ਦਾ ਤੀਰ ਛੱਡ ਤੇ ਸਹੀ, ਵੇਖੀ ਰੋਗਾਂ ਦਾ ਕਿਵੇਂ ਨਾਸ਼ ਹੁੰਦਾ। ਗੁਰੂ ਅਰਜਨ ਸਾਹਿਬ ਨੇ ਇੱਕ ਜਗ੍ਹਾ ਕਿਹਾ ਹੈ, ਪਾਪੜਿਆ ਪਛਾੜ ਬਾਣ ਸਚਾਵਾ ਸੰਨ ਕੈ, ਗੁਰ ਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵਈ। ਕਹਿੰਦੇ ਨਾਮ ਦਾ ਬਾਣ ਖਿੱਚ ਕੇ ਮਾਰ, ਪਾਪ ਪਛਾੜ ਕੇ ਸੁੱਟ ਦੇ, ਪਾਪ ਭੱਜ ਜਾਣਗੇ ਤੇਥੋਂ ਦੂਰ। ਗੁਰੂ ਦਾ ਮੰਤਰ ਉਹ ਤੀਰ ਹੈ ਜਿਹੜਾ ਦੁੱਖਾਂ ਨੂੰ ਵਿੰਨ ਦਿੰਦਾ ਹੈ, ਰੋਗ ਸੋਗ ਖਤਮ ਕਰ ਦਿੰਦਾ ਹੈ। ਸੋ ਸਭ ਮੰਤਰਾਂ ਜੰਤਰਾਂ ਨੂੰ ਵੱਡਾ ਅਕਾਲ ਪੁਰਖ ਦਾ ਨਾਮ ਹੈ। ਅੱਗੇ ਕਹਿੰਦੇ ਕਾਮ ਕਰੋਧ ਮਦ ਮਤ ਸਰ ਤ੍ਰਿਸ਼ਨਾ, ਬਿਨਸ ਜਾਹੇ ਹਰ ਨਾਮ ਉਚਾਰੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ, ਇਹ ਨਾਮ ਦੇ ਉਚਾਰਨ ਨਾਲ ਔਗਣ ਮਿਟ ਜਾਂਦੇ ਨੇ। ਕਾਮ ਦੇ ਕਈ ਅਰਥ ਨੇ। ਇਸਤਰੀ ਮਰਦ ਦੀ ਕਰੀੜਾ ਨੂੰ ਵੀ ਕਾਮ ਕਿਹਾ ਜਾਂਦਾ ਹੈ। ਇਹ ਇੱਛਾ ਕੋਈ ਨਾਮ ਜਪਣ ਵਾਲਾ ਹੀ ਖਤਮ ਕਰ ਲਵੇ ਤੇ ਵਿਸ਼ਾ ਵੱਖਰਾ ਹੈ, ਨਹੀਂ ਤੇ ਕਾਮ ਹਰ ਇੱਕ ਨੂੰ ਸਤਾਉਂਦਾ ਹੈ। ਦੂਸਰਾ ਕਾਮ ਦਾ ਭਾਵ ਹੈ ਫੁਰਨੇ, ਵਾਸ਼ਨਾ, ਪਦਾਰਥਾਂ ਦੀ ਇੱਛਾ। ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ, ਮਨ ਦੀ ਕੋਈ ਮੁਰਾਦ, ਕੋਈ ਪ੍ਰਯੋਜਨ, ਕੋਈ ਇੱਛਾ। ਕਹਿੰਦੇ ਇਹ ਮੰਗਾਂ ਮਿਟਦੀਆਂ ਨਹੀਂ, ਪਰ ਨਾਮ ਜਪਿਆਂ ਇਹ ਅੱਗ ਮਿਟ ਜਾਂਦੀ ਹੈ। ਅੱਗੇ ਲਫ਼ਜ਼ ਵਰਤਿਆ ਹੈ ਮਦ। ਮਦ ਦਾ ਭਾਵ ਨਸ਼ਾ ਵੀ ਹੈ, ਮਦ ਦਾ ਭਾਵ ਅਹੰਕਾਰ ਵਿੱਚ ਮਤਵਾਲੇ ਹੋ ਜਾਣਾ ਵੀ ਹੈ। ਕਹਿੰਦੇ ਨਾਮ ਜਪਣ ਦੇ ਨਾਲ ਹੰਕਾਰ ਮਿਟੇਗਾ। ਮਤਸਰ ਕਹਿੰਦੇ ਨੇ ਈਰਖਾ ਨੂੰ, ਦੂਜੇ ਦੀ ਚੜ੍ਹਾਈ ਵੇਖ ਕੇ ਸੜਦੇ ਰਹਿਣਾ। ਕਹਿੰਦੇ ਇਹ ਈਰਖਾ ਵੀ ਤੇਰੀ ਨਾਮ ਜਪਿਆਂ ਮਿਟੇਗੀ। ਅੱਗੇ ਹੈ ਤ੍ਰਿਸ਼ਨਾ, ਪਿਆਸ, ਲਾਲਸਾ। ਬੜਾ ਦਿੱਤਾ ਪਰਮਾਤਮਾ ਨੇ, ਗੁਜ਼ਾਰਾ ਚੰਗਾ ਹੋ ਰਿਹਾ ਹੈ, ਹੋਰਾਂ ਦਾ ਹੱਕ ਖੋਹਣ ਦੀ ਵਾਦੀ ਪਈ ਹੈ ਇਸ ਨੂੰ, ਹੋਰਾਂ ਦਾ ਹੱਕ ਮਾਰਨਾ ਚਾਹੁੰਦਾ ਹੈ। ਇਹ ਤ੍ਰਿਸ਼ਨਾ ਦੀ ਅੱਗ ਵੀ ਮਿਟ ਜਾਵੇਗੀ ਨਾਮ ਨਾਲ। ਬਿਨਸ ਦਾ ਭਾਵ ਹੁੰਦਾ ਹੈ ਵਿਨਾਸ਼ ਹੋ ਜਾਵੇਗਾ ਇਹਨਾਂ ਔਗਣਾਂ ਦਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਰੱਬ ਦੇ ਗੀਤ ਗਾਇਆ ਅਹੰਕਾਰ ਮਿਟੇਗਾ, ਰੋਗ ਸੋਗ ਮਿਟਣਗੇ। ਵਿਕਾਰ ਜੋ ਜ਼ਹਿਰ ਰੂਪ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਵਿਨਾਸ਼ ਹੋ ਜਾਵੇਗਾ। ਸੋ ਅੱਗੇ ਮਹਾਰਾਜ ਕਹਿੰਦੇ ਨੇ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ, ਚਰਨ ਕਮਲ ਹਿਰਦੈ ਪ੍ਰਭ ਧਾਰੀ। ਦੁਨੀਆ ਦੇ ਉੱਤੇ ਲੋਕ ਬੜੇ ਕਰਮ ਕਰਦੇ ਨੇ, ਤੀਰਥਾਂ 'ਤੇ ਇਸ਼ਨਾਨ ਕਰਦੇ ਨੇ, ਦਾਨ ਕਰਦੇ ਨੇ, ਤਾਪਨ ਤੋਂ ਭਾਵ ਤਪ ਵੀ ਕਰਦੇ ਨੇ, ਸੁਚਮ ਰੱਖਦੇ ਨੇ। ਕਹਿੰਦੇ ਅਗਰ ਤੁਹਾਡੇ ਕੋਲ ਪਰਮਾਤਮਾ ਦਾ ਨਾਮ ਹੈ ਨਾ, ਤੇ ਇਹ ਕਰਮ ਧਰਮ ਵਿੱਚ ਹੀ ਆ ਜਾਣਗੇ। ਨਾਮ ਦੀ ਐਸੀ ਮਹਾਨਤਾ ਹੈ। ਪਹਿਲਾ ਹੈ ਇਸ਼ਨਾਨ, ਸਰੀਰ ਨੂੰ ਧੋਣਾ। ਤੀਰਥਾਂ 'ਤੇ ਜਾਂਦੇ ਨੇ ਲੋਕ ਵੀ ਪਾਪ ਕੱਟੇ ਜਾਣ, ਮੈਲ ਲੈ ਜਾਵੇ। ਹੁਣ ਸਰੀਰ ਨੂੰ ਸਵਸਥ ਰੱਖਣ ਲਈ ਤੇ ਇਹ ਠੀਕ ਹੈ,
क्योंकि शरीर स्वस्थ होवेगा फिर ही चौंकड़ा लाओगे, दलिद्र दूर होवेगा फिर ही रब दे गीत गाओगे। पर जे तुसीं आखो भी तन नूं धोया मन दी मैल लथे ते ये बड़ा मुश्किल है। महाराज सिख जगत विच भी इशनान की महानता दर्शाउंदे ने। कर इशनान सिमर प्रभ अपना तन मन भए अरोगा। शरीर का इशनान कराया, तन अरोग होया, फिर चौंकड़ा ला के रब दे गीत गाए ते मन अरोग होया। इशनान करना चाहिए, चंगी गल है। पर जे आखो भी नाम ना जपीए, केवल इशनान नाल ताप ते पाप लै जाण, कहंदे इदां नहीं आउण लगा। सो शरीर नवां नरोआ रवे, रोग तो रहत रवे। ठीक है, इशनान करो पर नाम जपना जरूरी है। दूसरा है दान, देण दा कर्म, खैरात देनी किसी नूं। दान देना भी कहंदे चंगा है, पर जे तू रब दे गीत ना गावें ते सोचें केवल दान दित्तिआं मुक्ति मिल जाएगी, ये नहीं आउणा। अगे है तापन, तप करन दी किरिया, तन नूं तौणा, तन नूं तंगी देनी, रिद्धियां सिद्धियां प्राप्त करन लई मंत्रां दा जाप करन लई। कहंदे इदां तानूं ताया की होवेगा। अंदर प्रीति ते रिद्धियां सिद्धियां दे प्रति है, परमात्मा दी ते प्रीति है ही नहीं। तप ते बल्ले बल्ले करवाउण नूं कर रहा है, रब दा प्रेम ते है ही नहीं। अगे लफ्ज़ वरतिया है सोच किरिया। शरीर दी पवित्रताई दे लई बड़े कर्म करते सन ब्राह्मण लोग, शौच इशनान दे बड़े यतन करते सन। जात पात वर्ण वंड का वो ख्याल रखते सन भी नीवीं जात वाला भोजन नूं ना हथ ला देवे, पिटे जावांगे, इदां दे ख्यालात सानू ना दे। कहंदे नाम नाल ही सुचे हो सकीदा है। इदां किसे नाल नफरत कीतिआं, पखंड कीतिआं सुचमता हासिल नहीं हुंदी। ਇਹਦਾ मतलब ये नहीं है भी असीं सोच नहीं रखनी। बाणी कहती है नानक सच सुच पाईए तेह संतन के पास। गुरु साहब कहते ने सुचम रखो, सुचा छको, साफ सुथरा कहो। अजकल डॉक्टर भी यही समझाते हैं, हथ सुचे करके भोजन छको, वार वार हथ सुचे करो, झूठ ना खाओ, किसी नूं भी कोई रोग हो सकता है, तुहानूं लग जाएगा। महाराज ने बड़ा पहला समझाया। पर जात करके वर्ण करके चोट करनी किसी ते भी तेरी नीवीं जात है, तू भोजन नूं हथ ला दिता, कहंदे सुचम इदां दी परवान नहीं है। रब दे बनाए जीव नाल नफरत करदा पिया है। सो ये जिन्नियां भी किरियावां ने, शराद आदक ने, पत्तल आदक ने, ये जितने भी कर्म ने, रब दे गीत गावेंगा ते ये सारे ही कर्म तेरे विचे आ जाणगे। कोट दान इशनानन अनक सोधन पवित्रता है, उचरंत नानक हर हर रसना सर्ब पाप विमुचते। नाम जपण वाले दे पाप मिटदे ने, सारे ही कर्म उहदे विचे आ जांदे ने। करोड़ा इशनान, करोड़ा दान, करोड़ा कर्म सुच रखण लई कीते गए भी नाम तो हेठा ने। नाम जपण वाला ही सब तो पाक ते पवित्र है। अगे कहते ने साजन मीत सखा हर बंदप, जीव तान प्रभ प्राण आधारी। परमात्मा ही साडा सज्जन है, साडा मित्र है, सखा है, रिश्तेदार है, माई बाप है, बंदप है। परमात्मा ही साडे जिंद दा, जान दा, श्वासां दा ओट आसरा है, साडी रखिया करन वाला है। खैर जीव दा भाव है जीव आत्मा। अगे धान लफ्ज़ वरतिया है। धान दा मतलब हुंदा आसरा, ओट, आधार। कहंदे परमात्मा सबना दा आसरा है, सारियां नूं ओट बख्शण वाला है। ते साधु सतपुरुष अपनी जिंद दा उसनूं आसरा समझदे ने। वो दुनिया नाल, संसार नाल मोह नहीं पाउंदे। वो कहंदे माता पिता भाई बंधप सज्जन मित्र साडा सब कुछ ही परमेश्वर है। क्योंकि दुनियावी सज्जन मित्र रिश्तेदार छड्ड जांदे ने। जिन्ना मोह पाओगे विछोड़े ते उन्नी तंगी होवेगी। परमात्मा कदे नहीं छड्डदा।
मीत साजन सखा प्रभ एक, नाम स्वामी का नानक टेक। जिन्हां ने नाम जपिया, जिन्हां नूं नाम दा आसरा है, परमात्मा कदे भी उन्हां दा साथ नहीं छड्डदा, उन्हां दा सखा बन के रहिंदा है, उन्हां दी बांह पकड़दा है रोगां सोगां विच। अगे महाराज कहते ने, ओट गही स्वामी समरथ है, नानक दास सदा बलिहारी। वो समरथ स्वामी, ਉਹਦੀ ਅਸੀਂ ओट पकड़ी है, और ਜਿਹੜਾ ਉਹਦੀ ओट ਦੇ आसरे हो जावे, ਉਹਦੀ पिठ नहीं लगन दिंदा, ਉਹਦੇ दुख रोग सोग मिटा दिंदा है। बलिहारे जाइए ਉਹਦੀ अजमत तो, ਉਹਦੀ बरकत तो। लफ्ज़ वरतिया है ओट, ओले नूं कहंदे ने पड़दे नूं। ਉਹਦੀ ओट आ जा, तेरा पड़दा कज लवेगा, तेरा आसरा बन जाएगा। भावें सारे तेरा साथ छड्ड जाण, चित आवे उस पार ब्रह्म लगे ना तती वाओ, तती वाह नहीं लगन दवेगा। ओट गही, अंगीकार कर उसकी ओट नूं, ग्रहण कर ਉਹਦੇ आसरे नूं। किहदा आसरा? स्वामी, जो सारियां दा खसम है, पत है, भरता है, आका है, मालक है। और ਉਹਦੀ ताकत की है? कहंदे ਉਹ समर्थ है, ਉਹਦੇ ਵਿੱਚ कोई अधूरापन नहीं है, ਉਹ जोग है, ਉਹ लायक है। ऐसे समर्थ स्वामी तो महाराज कहंदे असीं बलिहारे जांदे आ। कहंदे सारे उपाय छड्ड दे, तैनूं कोई भी भय है, कोई भी खौफ है, कोई भी तैनूं डर है, कोई भी रोग सोग तेरा खैड़ा नहीं छड्ड रहे, कोई तेरा आसरा नहीं बन रहा। कहंदे उपाव छोड़ गहो तिसकी ओट, निमख माहे होवै तेरी छोट। सियाणपा छड्ड के शरण ग्रहण कर लै, मान छड्ड के शरण विच आ जाए। कहंदे तेरा छुटकारा, तेरी खलासी कर दवेगा, तेरे रोग सोग मिटा दवेगा। इन एन इंस्टेंट यू शैल बी सेव्ड। रंचक मात्र समय विच तेरी दुश्मनां तो, रोगां तो, सोगां तो रखिया करेगा। ऐसी महानता है उस परमेश्वर दे नाम दी, जो जपेगा ਉਹਦਾ ਉਹ रक्षक बन जाएगा। इत्थे ही गुरु की बाणी दी विचार नूं दास संकोचदा है। अज जो पावन दिहाड़ा है, धन धन श्री गुरु ग्रंथ साहिब सच्चे पातशाह जी का पहला प्रकाश जो श्री हरमंदर साहिब होया, उस पावन पाक दिहाड़े दी आप सरबत संगत नूं लख लख वधाई। आओ उस इतिहास वाल नूं वधिए। इस पावन बीड़ दी जो संपादना है, जो रचना है, किस लई हुई, क्यों हुई, की कारण बनया है इस बाणी दे जहाज दे होंद विच आउण दा। जागत गुरु क्यों कहा जाता है? ऐसे गुरु पातशाह साडे गुरु ग्रंथ साहिब ने, और ये बाणी का जहाज बनाने वाले गुरु नानक दे पंजवें स्वरूप, अकाल पुरख का पंजवां जामा, जिहदे बारे भट्ट साहिबाना ने यह बचन किया है, असंभव उदव्यो पुरख पूरन विधातो। जो परमात्मा अजन्मा है, वो गुरु अर्जन साहिब दे रूप विच प्रगट हो गया। उसने आप प्रकाश धारिया गुरु अर्जन दे रूप विच। भाई नंद लाल गंजनामे विच कहंदे ने, ओ दरहक व हक दरजात व अफजू तर अजबयां हर ज़बां सिफातश। परशियन दे बोल ने, कहंदे आया गुरु अर्जन, तू रब दी जात है ते रब तेरी जात है। तू रब दे विच है ते रब तेरी हस्ती दे विच है, भाव तुसीं इक मिक हो। तू चोला है ते रब जोत है। जिवें बाणी कहंदी है ना, धरण गगन नभ खंड मह जोत स्वारूपी रहियो पर, भन मथुरा कश भेद नहीं गुर अर्जन परतख हर। कहंदे गुरु अर्जन साहिब रब वर्गे नहीं, गुरु अर्जन साहिब रब ने, परमेश्वर का स्वरूप ने गुरु अर्जन साहिब। देयर इज नो डिफरेंस बिटवीन सुप्रीम लॉर्ड एंड गुरु अर्जन साहिब, कोई फर्क नहीं है।
ਔਰ ਉਹਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਬਾਣੀ ਚਾਹੁੰਦਾ ਨਾ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ, ਫੁਨ ਬੇਦ ਬੇਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਧਰੀ। ਇਨਸਾਨ ਤੇ ਕੀ ਦੇਵੀ ਦੇਵਤੇ ਵੀ ਗੁਰੂ ਅਰਜਨ ਸਾਹਿਬ ਦੀਆਂ ਸਿਫਤਾਂ ਗਾ ਕੇ ਉਹਦਾ ਅੰਤ ਨਹੀਂ ਪਾ ਸਕਦੇ। ਦੁਨੀਆ ਨੂੰ ਤਾਰਨ ਆਏ ਨੇ ਪਾਤਸ਼ਾਹ। ਭੱਟ ਸਾਹਿਬਾਨਾਂ ਨੇ ਨਾ ਇੱਕ ਬਚਨ ਕਿਹਾ, ਕਹਿੰਦੇ ਆਗਾਜ਼ ਤੋਂ, ਪ੍ਰਕਾਸ਼ ਤੋਂ ਹੀ ਤੁਸੀਂ ਬ੍ਰਹਮ ਦੀ ਪਹਿਚਾਣ ਵਾਲੇ ਹੋ, ਜਿਸ ਕਰਕੇ ਤੁਹਾਨੂੰ ਬ੍ਰਹਮ ਦਾ ਰੂਪ ਕਿਹਾ ਜਾਂਦਾ ਹੈ। ਨਹੀਂ ਤਾਂ ਬੱਚੇ ਨੂੰ ਕੋਈ ਸਮਝ ਥੋੜ੍ਹਾ ਆਉਂਦੀ ਹੈ, ਸਾਲ ਦੇ ਬੱਚੇ ਨੂੰ ਕੀ ਹੋਸ਼ ਹੈ। ਪਰ ਗੁਰੂ ਦਾ ਰੁਤਬਾ ਹੀ ਵੱਖਰਾ ਹੈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੋ ਜਸ ਵਖਾਣਿਓ। ਆਗਾਜ਼ ਤੋਂ ਹੀ ਤੁਸੀਂ ਪਰਮੇਸ਼ਵਰ ਦੀ ਸੋਝੀ ਵਾਲੇ ਹੋ, ਇਹਨਾਂ ਅਜ਼ਮਤਾਂ ਦੇ ਸਹਿਤ ਹੋ। ਫਰੋਮ ਬਰਥ ਯੂ ਰਿਅਲਾਈਜ਼ਡ ਗੋਡ। ਆਗਾਜ਼ ਤੋਂ ਹੀ ਬ੍ਰਹਮ ਵੇਤੇ ਹੋ, ਬ੍ਰਹਮ ਵਿੱਚ ਅਭੇਦ ਹੋ ਤੁਸੀਂ। ਸਾਲ ਦੇ ਗੁਰੂ ਅਰਜਨ ਸਾਹਿਬ ਨੂੰ ਹੀ ਸਮਝ ਹੈ ਸਾਰੀ। ਗੋਇੰਦਵਾਲ ਸਾਹਿਬ ਨਾ ਮਾਤਾ ਭਾਨੀ ਜੀ ਸੇਵਾ ਕਰਨ, ਤੇ ਗੁਰੂ ਰਾਮਦਾਸ ਦੇ ਲਖਤੇ ਜਿਗਰ ਵਿਹੜੇ ਵਿੱਚ ਖੇਡਣ। ਉਮਰ 1 ਸਾਲ ਦੀ ਹੈ। ਉੱਥੇ ਤਖਤ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ, ਉਧਰ ਨੂੰ ਜਾਂਦੇ ਨੇ, ਬੈਠਣਾ ਚਾਹੁੰਦੇ ਨੇ ਤਖਤ ਤੇ। ਮਾਤਾ ਭਾਨੀ ਉਠਾ ਲੈਂਦੀ ਹੈ, ਸਮਝਾਉਂਦੀ ਹੈ, ਲਾਲ ਜੀ ਇਹ ਖੁਦ ਖੁਦਾ ਗੁਰੂ ਨਾਨਕ ਦਾ ਤਖਤ ਹੈ, ਅਜ਼ਮਤਾਂ ਬਰਕਤਾਂ ਤੋਂ ਬਿਨਾਂ ਇਹ ਹਾਸਲ ਨਹੀਂ ਹੁੰਦਾ, ਤੁਸੀਂ ਇਹਦੇ ਤੇ ਨਾ ਬੈਠੋ। ਕੁੱਛੜ ਚੁੱਕ ਕੇ ਪਾਸੇ ਉਤਾਰਦੀ ਹੈ ਮਾਂ, ਤੇ ਫਿਰ ਤਖਤ ਵੱਲ ਜਾਂਦੇ ਨੇ। ਉਧਰੋਂ ਗੁਰੂ ਅਮਰਦਾਸ ਪਾਤਸ਼ਾਹ ਦਰਬਾਰ ਵਿੱਚ ਆਏ, ਕਹਿੰਦੇ ਕੁੱਛੜ ਕਿਉਂ ਚੁੱਕਿਆ ਹੈ, ਖੇਡਣ ਦਿਓ ਇਹਨਾਂ ਨੂੰ। ਤੇ ਮਾਂ ਭਾਨੀ ਕਹਿੰਦੀ ਇਹ ਨਿਆਣੇ ਜਿਹੜੇ ਦੁਨਿਆਵੀ ਨੇ ਨਾ, ਉਹਨਾਂ ਵਰਗੀ ਖੇਡ ਨਹੀਂ ਖੇਡਦੇ, ਮਿੱਟੀ ਘੱਟੇ ਵਿੱਚ ਨਹੀਂ ਖੇਡਦੇ। ਇੱਕੋ ਹੀ ਖੇਡ ਹੈ ਇਹਨਾਂ ਦੇ ਪਾਸ, ਤੁਹਾਡੇ ਤਖਤ ਤੇ ਬਹਿਣਾ ਚਾਹੁੰਦੇ ਨੇ। ਮਹਾਰਾਜ ਨੇ ਕੁੱਛੜ ਚੁੱਕ ਕੇ ਇੱਕ ਬਚਨ ਕਿਹਾ ਸੀ, ਕਹਿੰਦੇ ਬੜਾ ਭਾਰੀ ਗੁਰੂ ਹੋਵੇਗਾ, ਔਰ ਇਹਨੂੰ ਸਮਝ ਹੈ ਵੀ ਆਉਣ ਵਾਲੇ ਸਮੇਂ ਵਿੱਚ ਇਹ ਤਖਤ ਇਹਦਾ ਹੀ ਹੈ। ਪਰ ਮੈਂ ਆਏ ਦੋਏ ਤੇ ਤੈਨੂੰ ਇੱਕ ਬਚਨ ਆਖਾਂ, ਮੇਥੋਂ ਬਾਅਦ ਇਹ ਤਖਤ ਤੇਰੇ ਪਿਤਾ ਦਾ ਹੋਵੇਗਾ, ਤੇ ਤੂੰ ਆਪਣੇ ਪਿਤਾ ਕੋਲੋਂ ਇਹ ਤਖਤ ਲੈ ਲਈ। ਤੇ ਆਪਣੇ ਗਲੂਏ ਮੁਬਾਰਕ ਚੋਂ ਇਹ ਬੋਲ ਕਹੇ ਸਨ, ਦੋਹਿਤਾ ਬਾਣੀ ਕਾ ਬੋਹਿਤਾ, ਤੂੰ ਬਾਣੀ ਦਾ ਜਹਾਜ਼ ਹੋਵੇਂਗਾ, ਤੂੰ ਗਰੂਬ ਹੋਵੇਂਗਾ, ਭਾਰਾ ਗੁਰੂ ਹੋਵੇਂਗਾ, ਅਜ਼ਮਤਾਂ ਦੇ ਸਹਿਤ ਹੋਵੇਂਗਾ ਤੂੰ। ਇਹ ਪੇਸ਼ੇਨ ਗੋਈ ਕੀਤੀ, ਇਹ ਭਵਿੱਖਬਾਣੀ ਕੀਤੀ ਮਹਾਰਾਜ ਨੇ। ਪੁੱਛੋ ਗੁਰੂ ਗ੍ਰੰਥ ਸਾਹਿਬ, ਗੁਰੂ ਪਰਮੇਸ਼ਰ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਹੈ। ਕਹਿੰਦੇ ਨਾਨਕ ਜੁਗ ਜੁਗ ਗੁਰ ਗੋਪਾਲਾ, ਗੁਰੂ ਹਰ ਯੁੱਗ ਵਿੱਚ ਹੈ, ਹਰ ਸਮੇਂ ਵਿੱਚ ਹੈ, ਪਿੱਛੇ ਵੀ ਸੀ, ਅਗਾਂਹ ਵੀ ਹੋਵੇਗਾ। ਅਕਾਲ ਪੁਰਖ ਦਾ ਸਰੂਪ ਹੈ, ਉਸੋ ਹਰ ਜ਼ਰੇ ਵਿੱਚ, ਸਮੇਂ ਵਿੱਚ, ਕਾਲ ਵਿੱਚ ਵਾਪਰਨ ਵਾਲੀ ਘਟਾ ਬਾਬਤ ਗੁਰੂ ਜਾਣਦਾ ਏ। ਉਹਦੀ ਬਾਣੀ ਸੱਚੀ ਹੁੰਦੀ ਹੈ, ਉਹਦੇ ਬੋਲ ਸੱਚੇ ਹੁੰਦੇ ਨੇ। ਚੌਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ, ਚੌਹਾਂ ਯੁੱਗਾਂ ਵਿੱਚ ਉਹਦੇ ਬੋਲ ਸੱਚੇ ਹੁੰਦੇ ਨੇ। ਪਤਾ ਕਿਉਂ ਕਾਹਲੀ ਹੈ ਤਖਤ ਤੇ ਬਹਿਣ ਦੀ? ਜਾਣਦੇ ਨੇ ਮਨੁੱਖਾ ਜਾਮਾ ਥੋੜ੍ਹੇ ਸਮੇਂ ਲਈ ਪਹਿਨਿਆ ਹੈ, ਤੇ ਕਾਰਜ ਬੜੇ ਬੜੇ ਵੱਡੇ ਕਰਨੇ ਨੇ। ਉਹ ਕਿਹੜੇ ਕਾਰਜ ਸਨ ਜਿਹੜੇ ਪਾਤਸ਼ਾਹ ਨੇ ਕੀਤੇ? ਸਮਾਂ ਆਇਆ ਗੁਰੂ ਨਾਨਕ ਦੇ ਤਖਤ ਦੇ 5ਵੇਂ ਵਾਰਸ ਬਣੇ। ਸਭ ਤੋਂ ਮਹਾਨ ਤੇ ਉੱਚਾ ਕਾਰਜ ਪਾਤਸ਼ਾਹ ਨੇ ਇਹ ਕੀਤਾ, ਬਾਣੀ ਕੇ ਬੋਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਦੁਨੀਆ ਦਾ ਮਹਾਨ ਤੀਰਥ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਜਿਆ, ਸ਼੍ਰੀ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਸਾਜਿਆ, ਔਰ ਏਕਤਾ ਦੀ ਮਿਸਾਲ ਕਾਇਮ ਕੀਤੀ। ਇੱਕ ਖੁਦਾਇਆ ਦੇ ਨਾਮ ਦੇ ਧਾਗੇ ਵਿੱਚ ਸਭ ਨੂੰ ਪਰੋ ਦਿੱਤਾ, ਨਾ ਵਰਣ ਵੇਖਿਆ ਨਾ ਧਰਮ ਵੇਖਿਆ, ਮਨੁੱਖਤਾ ਦੀ ਜਾਤ ਨੂੰ ਇੱਕ ਕਰ ਦਿੱਤਾ। ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਸਮਾਂ ਆਇਆ, ਤੇ ਇਸ ਸੇਵਾ ਵਿੱਚ ਸਾਈਂ ਮੀਆਂ ਮੀਰ ਨੂੰ ਵੀ ਨਾਲ ਲਾਇਆ,
ਔਰ ਇਹ ਦਰਸਾ ਦਿੱਤਾ ਵੀ ਅਸੀਂ ਜਗਤ ਗੁਰੂ ਹਾਂ, ਵਰਣ ਕਰਕੇ, ਜਾਤ ਕਰਕੇ, ਧਰਮ ਕਰਕੇ ਕੋਈ ਇੱਥੇ ਵਿਤਕਰਾ ਨਹੀਂ ਹੈ। ਇਹ ਉੱਚੀ ਸੁੱਚੀ ਸੋਚ ਜਗ ਜ਼ਾਹਰ ਕਰ ਦਿੱਤੀ। ਜਿਵੇਂ ਬਾਣੀ ਦਾ ਫਰਮਾਨ ਹੈ, 4 ਵਰਨ 4 ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰੂ ਨਾਨਕ, ਸੋ ਆਪ ਤਰੈ ਕੁਲ ਸਗਲ ਤਰਾਦੋ। ਤੇਰਾ ਕੋਈ ਵੀ ਵਰਨ ਹੈ, ਕੋਈ ਵੀ ਜਾਤ ਹੈ, ਕੋਈ ਵੀ ਧਰਮ ਹੈ, ਤੂੰ ਗੁਰੂ ਨਾਨਕ ਦੇ ਘਰ ਆ, ਮੁਕਤ ਹੋ ਜਾਵੇਂਗਾ। ਤੈਨੂੰ ਤਨ ਦੀ ਖੁਰਾਕ ਲੰਗਰ ਮਿਲੇਗੀ, ਮਨ ਦੀ ਖੁਰਾਕ ਬਾਣੀ ਮਿਲੇਗੀ, ਤੇਰੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਇਹ ਸਿੱਖੀ ਦਾ ਸਿਧਾਂਤ ਹੈ। ਕਲਗੀਧਰ ਨੇ ਦਸਮ ਬਾਣੀ ਵਿੱਚ ਵੀ ਇਹ ਬਚਨ ਕਹੇ ਨੇ, ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਸਾਰੇ ਇੱਕੇ ਮਿੱਟੀ ਤੋਂ ਆਪਾਂ ਬਣੇ ਆ, ਹਿੰਦੂ ਸਿੱਖ ਮੁਸਲਮਾਨ ਈਸਾਈ ਯਹੂਦੀ ਸਭ। ਕੋਈ ਵੀ ਵਰਨ ਹੈ, ਕੋਈ ਵੀ ਜਾਤ ਹੈ, ਫਿਰ ਵਿਤਕਰਾ ਕਾਹਦਾ? ਇਹ ਵਿਤਕਰੇ ਮਿਟਾਏ ਗੁਰੂ ਅਰਜਨ ਸਾਹਿਬ ਨੇ। ਸਮਾਂ ਆਇਆ, ਗੁਰੂ ਨਾਨਕ ਸਾਹਿਬ ਵੱਡਿਆਂ ਗੁਰਾਂ ਦੀ ਬਾਣੀ ਵਿੱਚ ਕੋਈ ਮਿਲਾਵਟ ਨਾ ਕਰੇ, ਕਿਉਂਕਿ ਕਈ ਕਵੀਜਨ ਆਪਣੇ ਬੋਲ ਪ੍ਰਗਟ ਕਰਕੇ ਪਿੱਛੇ ਨਾਨਕ ਲਫ਼ਜ਼ ਵਰਤਣ ਲੱਗ ਪਏ ਸਨ, ਗੁੰਮਰਾਹ ਕਰਨ ਲੱਗ ਪਏ ਸਨ ਲੋਕਾਈ ਨੂੰ। ਕੱਚੇ ਬੋਲ ਜਿਨ੍ਹਾਂ ਨੂੰ ਬਾਣੀ ਦਾ ਲਿਬਾਸ ਪਹਿਨਾ ਰਹੇ ਸਨ ਇਹ ਲੋਕ। ਮਨੁੱਖਤਾ ਦੇ ਭਲੇ ਹਿੱਤ ਮਹਾਨ ਰਚਨਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰਨ ਦੀ ਵਿਉਂਤ ਕੱਢਦੇ ਨੇ। ਗੁਰੂ ਨਾਨਕ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਤੱਕ 4 ਪਾਤਸ਼ਾਹੀਆਂ ਦੀ ਬਾਣੀ ਪੋਥੀਆਂ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੇ ਪਾਸ ਗੋਇੰਦਵਾਲ ਸਾਹਿਬ ਚੁਬਾਰੇ ਵਿੱਚ ਪਈ ਸੀ। ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਭੇਜਿਆ, ਪਰ ਬਾਬਾ ਮੋਹਨ ਜੀ ਨੇ ਪੋਥੀਆਂ ਨਾ ਦਿੱਤੀਆਂ। ਗੁਰੂ ਅਰਜਨ ਸਾਹਿਬ ਆਪ ਸ਼੍ਰੀ ਅੰਮ੍ਰਿਤਸਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਗਏ। ਚੁਬਾਰੇ ਵਿੱਚ ਬਾਬਾ ਮੋਹਨ ਜੀ ਰਹਿੰਦੇ ਸੀ। ਉਹ ਚੁਬਾਰਾ ਅੱਜ ਵੀ ਹੈ। ਥੱਲੇ ਖਲੋਤੇ ਨੇ, ਆਵਾਜ਼ ਦਿੰਦੇ ਨੇ। ਬਾਬਾ ਮੋਹਨ ਜੀ ਸਮਾਧੀ ਵਿੱਚ ਨੇ, ਦਰਵਾਜ਼ਾ ਨਹੀਂ ਖੋਲ੍ਹਦੇ। ਉੱਥੇ ਇੱਕ ਸ਼ਬਦ ਉਚਾਰਿਆ ਗੁਰੂ ਅਰਜਨ ਸਾਹਿਬ ਨੇ। ਵਡਿਆਈ ਅਕਾਲ ਪੁਰਖ ਦੀ ਕੀਤੀ ਹੈ ਤੇ ਚੋਟ ਮੋਹਨ ਜੀ ਤੇ ਕੀਤੀ ਹੈ। ਅਸਲ ਵਿੱਚ ਮੋਹਨ ਪਰਮਾਤਮਾ ਦਾ ਕਰਮ ਨਾਮ ਹੈ, ਭਾਵ ਉਹ ਸਭ ਨੂੰ ਮੋਹਦਾ ਹੈ। ਤੇ ਮਹਾਰਾਜ ਕਹਿੰਦੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸ਼ਾਲਾ। ਭਾਵ ਕੀ ਹੈ? ਐ ਪਰਮੇਸ਼ਵਰ ਸਭ ਨੂੰ ਮੋਹਣ ਵਾਲੇ, ਤੇਰੇ ਉੱਚੇ ਮੰਦਰ, ਤੇਰਾ ਉੱਚਾ ਸੱਚਖੰਡ, ਤੇਰੀ ਉੱਚੀ ਬੁਲੰਦ ਹਸਤੀ ਜਿਹੜੀ ਬਿਆਨ ਨਹੀਂ ਹੋ ਸਕਦੀ, ਜਿਹਦਾ ਪਾਰਾਵਾਰ ਨਹੀਂ ਹੈ। ਔਰ ਤੇਰੇ ਸਤਸੰਗ ਰੂਪੀ ਮੰਦਰਾਂ ਵਿੱਚ ਸੰਤ ਸ਼ੋਭਦੇ ਨੇ, ਤੇਰੇ ਗੀਤ ਗਾਉਂਦੇ ਨੇ। ਮੋਹਨ ਜੀ ਦੇ ਮਨ ਤੇ ਇਹ ਬਚਨ ਸੁਣ ਕੇ ਚੋਟ ਲੱਗੀ। ਭਾਵ ਇਹ ਸੀ ਵੀ ਨਾਮ ਤੇ ਤੁਹਾਡਾ ਵੀ ਰੱਬ ਵਰਗਾ ਹੈ, ਪਰ ਤੁਸੀਂ ਤੇ ਸੰਤਾਂ ਨੂੰ ਦਰ ਤੋਂ ਮੋੜ ਦਿੱਤਾ। ਬਾਬਾ ਬੁੱਢਾ ਜੀ ਭਾਈ ਗੁਰਦਾਸ ਨੂੰ ਕੇਵਲ ਨਾਮ ਰੱਖਣ ਵਾਲੀ ਬੁਲੰਦ ਹਸਤੀ ਹਾਸਲ ਨਹੀਂ ਹੁੰਦੀ, ਗੁਣ ਵੀ ਧਾਰਨੇ ਪੈਂਦੇ ਨੇ। ਓਏ ਉਸ ਮੋਹਨ ਦੇ ਖੁਦਾ ਦੇ ਦਰ ਤੇ ਸੰਤ ਸੋਭਦੇ ਨੇ, ਤੇ ਇੱਧਰ ਮੋਹਨ ਜੀ ਤੁਹਾਡੇ ਦਰ ਤੋਂ ਸੰਤ ਮਾਯੂਸ ਹੋ ਕੇ ਚਲੇ ਗਏ। ਸੋ ਇਹ ਠੀਕ ਨਹੀਂ ਹੋਇਆ। ਚੋਟ ਲੱਗੀ ਮਨ ਤੇ, ਦਰਵਾਜ਼ਾ ਖੋਲ੍ਹਿਆ। ਗੁਰੂ ਅਰਜਨ ਸਾਹਿਬ ਨੂੰ ਅੰਦਰ ਆਉਣ ਲਈ ਆਖਿਆ ਹੈ ਤੇ ਫਿਰ ਪੁੱਛਿਆ ਹੈ, ਜੀ ਕਿਸ ਕਾਰਜ ਲਈ ਆਏ ਹੋ? ਮਹਾਰਾਜ ਨਮਸਕਾਰ ਕਰਕੇ ਕਹਿੰਦੇ, 4 ਪਾਤਸ਼ਾਹੀਆਂ ਦੀ ਬਾਣੀ ਤੁਹਾਡੇ ਪਾਸ ਪਈ ਹੈ। ਅਸੀਂ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰਨ ਲੱਗੇ ਹਾਂ, ਉਹ ਬਾਣੀ ਦੀ ਸਾਨੂੰ ਜ਼ਰੂਰਤ ਹੈ, ਦੇ ਦਿਓ। ਤੇ ਮੋਹਨ ਜੀ ਨੇ ਨਾ ਗਿਲਾ ਕੀਤਾ, ਕ੍ਰੋਧਿਤ ਹੋ ਕੇ ਕਹਿੰਦੇ, ਪ੍ਰਥਮ ਹਮਾਰੀ ਬਸਤ ਲਈ ਪਿਤ ਪਾਸ ਤੇ, ਕੁਲ ਭਲਿਅਨ ਕੀ ਹੁਤੀ ਜੋ ਗੁਰਤਾ ਜਾਸ ਤੇ। ਕਹਿੰਦੇ ਦੇਖੋ ਗੁਰੂ ਸਾਹਿਬ, ਪਹਿਲਾਂ ਤੁਸੀਂ ਸਾਡੇ ਪਿਤਾ ਗੁਰੂ ਅਮਰਦਾਸ ਕੋਲੋਂ ਗੁਰਤਾ ਗੱਦੀ ਲੈ ਲਈ, ਭਾਵ ਭੱਲਿਆਂ ਦੀ ਵਸਤੂ ਸੋਢੀ ਲੈ ਗਏ, ਗੁਰੂ ਰਾਮਦਾਸ ਲੈ ਗਏ। ਅੱਗੇ ਕਹਿੰਦੇ ਨੇ, ਲਾਜ ਨਾ ਥਾਰੋ ਆਤ ਅਬੈ ਚਲ ਆਇਓ, ਸਭ ਗੁਰੂਆਂ ਕੋ ਸ਼ਬਦ ਲੈਨ ਹਿਤ ਧਾਇਓ। ਗੁੱਸੇ ਵਿੱਚ ਕਹਿੰਦੇ, ਤੁਹਾਨੂੰ ਲਾਜ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ?
ਇਹ ਹੁਣ ਵੱਡਿਆਂ ਗੁਰਾਂ ਦੇ ਬੋਲ ਹੀ ਤੇ ਸਾਡੇ ਕੋਲ ਰਹਿ ਗਏ ਨੇ, ਉਹ ਵੀ ਪੋਥੀਆਂ ਮੰਗਣ ਆ ਗਏ ਹੋ ਤੁਸੀਂ। ਮਹਾਰਾਜ ਨਾ ਗੁਰੂ ਅਮਰਦਾਸ ਪਾਤਸ਼ਾਹ ਦੀ ਪਾਵਨ ਕੁੱਲ ਜਾਣ ਕੇ ਹੱਥ ਜੋੜ ਕੇ ਖਲੋਤੇ ਰਹੇ। ਇਹ ਠੀਕ ਹੈ, ਗੁਰਾਂ ਦੀ ਕੁੱਲ ਦਾ ਸਤਿਕਾਰ ਆਪਾਂ ਕਰਦੇ ਹਾਂ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਗੁਰੂ ਦਾ ਪਿਤਾ ਧੰਨ, ਮਾਤਾ ਧੰਨ, ਗੁਰੂ ਦੀ ਕੁੱਲ ਧੰਨ, ਗੁਰੂ ਦੇ ਬੱਚੇ ਧੰਨ। ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਮਦਰ। ਸਾਰੇ ਹੀ ਧੰਨਤਾ ਦੇ ਯੋਗ ਨੇ। ਹੁਣ ਦੇਖੋ ਰਾਮ ਰਾਏ ਜੀ ਭੜਕ ਗਏ। ਅੱਜ ਤੱਕ ਸਾਨੂੰ ਹੁਕਮ ਹੈ ਪੰਜਾਂ ਪਿਆਰਿਆਂ ਵੱਲੋਂ ਵੀ ਰਾਮ ਰਾਈਆਂ ਨਾਲ ਨਹੀਂ ਅਸੀਂ ਵਰਤਦੇ, ਪਰ ਫਿਰ ਵੀ ਸਾਡੀ ਇਹ ਹਸਤੀ ਨਹੀਂ ਵੀ ਰਾਮ ਰਾਏ ਜੀ ਨੂੰ ਗਲਤ ਅਲਫਾਜ਼ ਕੱਢੀਏ ਮੂੰਹੋਂ। ਉਹ ਗੁਰੂ ਦੀ ਕੁੱਲ ਵਿੱਚੋਂ ਨੇ। ਠੀਕ ਹੈ, ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹਾਂ, ਪਰ ਸਾਡੇ ਨਾਲੋਂ ਉਹ ਵੀ ਮਹਾਨ ਨੇ। ਸਾਡੀ ਕੀ ਔਕਾਤ ਹੈ? ਉਹਨਾਂ ਦੀਆਂ ਰਗਾਂ 'ਚ ਖੁਦ ਖੁਦਾ ਦਾ ਲਹੂ ਹੈ ਤੇ ਸਾਡੇ ਪੱਲੇ ਕੀ ਹੈ? ਕੁਝ ਵੀ ਨਹੀਂ। ਮੈਂ ਤੋਂ ਲਹਿਦਾ ਕੁਝ ਵੀ ਨਹੀਂ ਸਾਡੇ ਕੋਲ, ਅਹੰਕਾਰ ਤੋਂ ਬਿਨਾਂ ਕੁਝ ਵੀ ਨਹੀਂ। ਸੋ ਗੁਰੂ ਕੁੱਲ ਦਾ ਅਦਬ ਹੈ, ਸਤਿਕਾਰ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਨਾ ਬਾਬਾ ਮੋਹਨ ਜੀ ਦੇ ਬੋਲ ਸੁਣ ਕੇ ਤੱਤੇ ਨਹੀਂ ਹੋਏ। ਉਹ ਤੇ ਤੱਤੀ ਤਵੀ ਤੇ ਬੈਠੇ ਹੋਏ ਸ਼ਹਾਦਤ ਦੇ ਸਮੇਂ ਵੀ ਠੰਡੇ ਹੀ ਰਹੇ ਸਨ। ਹਕੀਮ ਅੱਲਾ ਯਾਰ ਖਾਂ ਜੋਗੀ ਦੇ ਬੋਲ ਨੇ, ਅਕਬਰ ਵੀ ਮਿਆਦ ਮੇਰੇ ਦਰਬਾਰ में आया, बरकत ने मेरी फतेह था आसाम कराया, मैंने बुत ओ बुत खाना खुदाई भुलाया, भगवान का घर मैंने ही मस्जिद था बुनाया, बालू की तपी रेत मेरे तन पे पड़ी थी, मैं वो हूँ उबलने पे भी उफ तक नहीं की थी। ਇਹਦੇ ਤਤੀ ਤਵੀ ਤੇ ਬਹਿ ਕੇ ਵੀ ਸੀ ਨਹੀਂ ਕਰਦੇ, ਤੱਤੇ ਨਹੀਂ ਹੁੰਦੇ। ਇਹਦੇ ਸਾਧ ਦੇ ਬੋਲਾਂ ਤੇ ਕਿੱਦਾਂ ਤੱਤੇ ਹੋਣਗੇ? ਇਹਦੇ ਤਤੀ ਤਵੀ ਤੇ ਬੈਠੇ ਵੀ ਕਹਿੰਦੇ ਨੇ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਐਸੀ ਬੁਲੰਦ ਹਸਤੀ ਨੇ ਪਾਤਸ਼ਾਹ। ਹੱਥ ਜੋੜ ਕੇ ਖਲੋਤੇ ਨੇ। ਚੋਟ ਲੱਗੀ ਮੋਹਨ ਜੀ ਦੇ ਹਿਰਦੇ ਤੇ ਚਰਨਾਂ ਨੂੰ ਪਕੜ ਲਿਆ। ਕਹਿੰਦੇ ਧੰਨ ਗੁਰੂ ਅਰਜਨ ਸਾਹਿਬ, ਇਸੇ ਨਿਮਰਤਾ ਨੇ ਇਹ ਗੁਰਤਾ ਗੱਦੀ ਤੁਹਾਡੇ ਹਿੱਸੇ ਪਵਾਈ ਹੈ। ਇਹਨੂੰ ਕੀ ਕਹਿੰਦੇ ਨੇ? ਤਖਤ ਬਹਿ ਤਖਤੇ ਕੀ ਲਾਇਕ। ਇਸੇ ਕਰਕੇ ਤੁਹਾਨੂੰ ਤਖਤ ਮਿਲਿਆ ਹੈ। ਆਪਸ ਕਹੋ ਜੋ ਜਾਣੈ ਨੀਚਾ ਸੋਊ ਗਨੀਐ ਸਭ ਤੇ ਉੱਚਾ। ਮਹਾਰਾਜ ਖੁਸ਼ ਹੋ ਕੇ ਕਹਿੰਦੇ, ਬਾਬਾ ਮੋਹਨ ਜੀ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸਾਨੂੰ ਪੋਥੀਆਂ ਦਿਓ। ਬਾਬਾ ਜੀ ਨੇ ਪੋਥੀਆਂ ਦੇ ਦਿੱਤੀਆਂ ਔਰ ਨਾਲ ਕਿਹਾ, ਮਹਾਰਾਜ ਮੈਂ ਵੀ ਤੁਹਾਡਾ ਹੀ ਹਾਂ, ਚਰਨਾਂ ਵਿੱਚ ਹਾਂ ਤੁਹਾਡੇ। ਗੁਰੂ ਸਾਹਿਬ ਕਹਿੰਦੇ, ਇਹ ਬਾਬਾ ਮੋਹਨ ਜੀ ਤੁਸੀਂ ਵੱਡਾ ਪਰਉਪਕਾਰ ਕਰ ਦਿੱਤਾ ਹੈ। ਤੁਹਾਡੇ ਕਾਰਨ ਇਹ ਹੁਣ ਬਾਣੀ ਇਕੱਤਰ ਹੋਵੇਗੀ। ਜਿਹੜਾ ਪੜ੍ਹੇ ਕਮਾਵੇਗਾ ਭਵਸਾਗਰ ਤੋਂ ਪਾਰ ਲੰਘੇਗਾ। ਔਰ ਇਸ ਪਰਉਪਕਾਰ ਦੇ ਕਾਰਨ ਤੁਹਾਡੀ ਵੀ ਜੈ ਜੈਕਾਰ ਹੋਵੇਗੀ। ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ। ਬਾਣੀ ਨੂੰ ਕਮਾਓ, ਗਾਓ ਤੇ ਸੁਣੋ। ਤੁਸੀਂ ਨਿਹਾਲ ਹੋਗੇ, ਮੁਰਾਦਬੰਦ ਹੋਗੇ, ਤੁਹਾਡਾ ਜੀਵਨ ਸਫਲਾ ਹੋਵੇਗਾ, ਮੁਕਤੀ ਮਿਲੇਗੀ। ਗੁਰੂ ਸਾਹਿਬ ਨੇ ਪੋਥੀਆਂ ਲੈ ਲਈਆਂ, ਪ੍ਰਸੰਨ ਹੋ ਕੇ ਬੜੇ ਵਰ ਦਿੱਤੇ ਬਾਬਾ ਮੋਹਨ ਜੀ ਨੂੰ। ਬਾਣੀ ਕਹਿੰਦੀ ਐ, ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਸਈ ਜਨ ਧੰਨ। ਜਿੱਥੇ ਗੁਰੂ ਖੁਸ਼ ਹੋ ਗਿਆ ਉਹ ਧੰਤਾ ਦੇ ਯੋਗ ਹੈ, ਉਹਦੀ ਵਡਿਆਈ ਆ। ਦੈਟ ਹੰਬਲ ਸਰਵੈਂਟ ਇਜ਼ ਬਲੈਸਡ, ਉਹਦੀ ਜੈ ਜੈਕਾਰ ਹੋਵੇਗੀ। ਵਰ ਦੇ ਕੇ ਮਹਾਰਾਜ ਨਾ ਪੋਥੀਆਂ ਲੈ ਕੇ ਪਾਵਨ ਸੀਸ ਤੇ ਟਿਕਾ ਕੇ ਪੌੜੀਆਂ ਉਤਰੇ ਚੁਬਾਰੇ ਦੀਆਂ। ਬਾਬਾ ਮੋਹਰੀ ਜੀ ਮਿਲੇ, ਘਰ ਲੈ ਗਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ 3 ਦਿਨ ਪਾਤਸ਼ਾਹ ਗੋਇੰਦਵਾਲ ਸਾਹਿਬ ਰਹੇ। ਬਾਬਾ ਮੋਹਰੀ ਜੀ ਨੂੰ ਕਹਿ ਕੇ ਪਾਲਕੀ ਸਾਹਿਬ ਤਿਆਰ ਕਰਵਾਈ। ਪਾਲਕੀ ਸਾਹਿਬ ਵਿੱਚ ਪੋਥੀਆਂ ਸਜਾਈਆਂ ਤੇ ਆਪ ਨੰਗੇ ਪੈਰੀਂ ਪਿੱਛੇ ਚੱਲ ਪਏ। ਬਾਣੀ ਦਾ ਬੜਾ ਅਦਬ ਕੀਤਾ ਹੈ, ਸਤਿਕਾਰ ਕੀਤਾ ਹੈ। ਕਿਉਂ ਜੀ? ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਕਿਉਂਕਿ ਪਰਮੇਸ਼ਵਰ ਦੇ ਬੋਲ ਉਹਦੀ ਹੋਂਦ ਦਾ ਪ੍ਰਤੀਕ ਨੇ। ਜਿੱਥੇ ਬੋਲ ਨੇ ਉੱਥੇ ਹੀ ਖੁਦ ਆਇਆ ਹੈ। ਉਹਦਾ ਅਦਬ ਕੀਤਾ ਹੈ। ਨੰਗੇ ਪੈਰੀਂ ਚੱਲੇ ਪਾਤਸ਼ਾਹ।
ਅੰਮ੍ਰਿਤਸਰ ਵੱਲ ਨੂੰ ਚੱਲੇ ਨੇ। ਸ਼੍ਰੀ ਖਡੂਰ ਸਾਹਿਬ ਰੁਕੇ ਨੇ। ਗੁਰੂ ਅੰਗਦ ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਦਾਤੂ ਜੀ ਨੂੰ ਮਿਲੇ ਨੇ। ਹੁਣ ਮਹਾਰਾਜ ਖਡੂਰ ਸਾਹਿਬ ਤੋਂ ਅਗਾਂਹ ਚੱਲੇ, ਅੰਮ੍ਰਿਤਸਰ ਪਹੁੰਚੇ। 2 ਕੋ ਬਾਹਰ ਰੁਕੇ ਨੇ ਨਗਰ ਤੋਂ। ਖਬਰ ਮਿਲ ਗਈ ਗੁਰੂ ਹਰਗੋਬਿੰਦ ਸਾਹਿਬ ਨੂੰ, ਮਾਤਾ ਗੰਗਾ ਜੀ ਨੂੰ, ਸਾਰੇ ਹੀ ਪਰਿਵਾਰ ਨੂੰ, ਬਾਬਾ ਬੁੱਢਾ ਭਾਈ ਗੁਰਦਾਸ ਜੀ ਨੂੰ। ਖਬਰ ਕੀ ਮਿਲੀ ਹੈ? ਕਵੀ ਜੀ ਕਹਿੰਦੇ ਨੇ, ਪੁਸਤਕ ਸਭ ਖਾਸੇ ਪਰ ਲਿਆਵਤ, ਆਪ ਗੁਰੂ ਪਨਹੀ ਬਿਨ ਆਵਤ। ਕਹਿੰਦੇ ਜੀ ਪਾਲਕੀ ਵਿੱਚ ਮਹਾਰਾਜ ਪੋਥੀਆਂ ਲਿਆ ਰਹੇ ਨੇ ਤੇ ਆਪ ਬਿਨਾਂ ਪਨਹੀ ਤੋਂ, ਜੋੜੇ ਤੋਂ ਚੱਲੇ ਆ ਰਹੇ ਨੇ। ਟਿਕ ਗਏ ਨੇ ਨਗਰ ਦੇ ਬਾਹਰ। ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਨੂੰ ਲੈ ਕੇ ਮਹਾਰਾਜ ਨੂੰ ਲੈਣ ਗਏ ਨੇ। ਬੜੀ ਜੈ ਜੈਕਾਰ ਹੋਈ। ਜਗ੍ਹਾ ਚੁਣੀ ਗਈ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਪਾਸ, ਰਾਮਸਰ। ਉਹਦੇ ਕੰਢੇ ਬਹਿ ਗਏ, ਉਸ ਪਾਵਨ ਸਰੋਵਰ ਦੇ। ਬੜੇ ਭਗਤ ਸਤਪੁਰਸ਼ ਆਪਣੀਆਂ ਕਵਿਤਾਵਾਂ ਲੈ ਕੇ ਆਏ ਵੀ ਇਸ ਅਗੰਮੀ ਬੀੜ ਦੇ ਵਿੱਚ ਆਪਣੀਆਂ ਰਚਨਾਵਾਂ ਦਰਜ ਕਰਾਉਣੀਆਂ ਨੇ। ਜੁਗੋ ਜੁਗ ਅਟਲ ਇਹ ਬਾਣੀ ਹੈ, ਦੁਨੀਆ ਤੇ ਸਾਡਾ ਨਾਮ ਰਵੇਗਾ। ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਗੁਰੂ ਅਰਜਨ ਸਾਹਿਬ ਨੇ, ਕਲਮ ਚੁੱਕੋ। ਵੱਡੇ 4 ਗੁਰੂ ਸਾਹਿਬਾਂ ਦੀ ਬਾਣੀ ਦਰਜ ਹੋਈ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਆਪਣੀ ਗੁਰੂ ਅਰਜਨ ਸਾਹਿਬ ਨੇ ਬਾਣੀ ਦਰਜ ਕਰਵਾਈ। ਭਗਤਾਂ ਦੀ ਬਾਣੀ ਦਰਜ ਹੋਈ, ਭੱਟਾਂ ਦੀ ਬਾਣੀ ਦਰਜ ਹੋਈ, ਗੁਰਮੁਖਾਂ ਦੀ ਬਾਣੀ ਦਰਜ ਹੋਈ। ਤੇ ਉੱਥੇ ਨਾ ਕੁਝ ਜ਼ਿਕਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਿਲਦਾ ਹੈ। ਕੁਝ ਐਸੇ ਵੀ ਸੰਤ ਅਖਵਾਉਣ ਵਾਲੇ ਆਏ ਜਿਨ੍ਹਾਂ ਦੇ ਬੋਲ ਹੰਗਤਾ ਨਾਲ, ਹੰਕਾਰ ਨਾਲ ਭਰੇ ਸਨ। ਮਹਾਰਾਜ ਨੇ ਪ੍ਰਵਾਨ ਨਾ ਕੀਤੇ। ਉਹ ਜਦੋਂ ਲਿਖਵਾਉਣ ਆਏ ਨਾ ਆਪਣੀਆਂ ਕਵਿਤਾਵਾਂ, ਤੇ ਮਹਾਰਾਜ ਕਹਿੰਦੇ ਭਾਈ ਗੁਰਮਤਿ ਦੀ ਕਸਵੱਟੀ ਤੇ ਜੋ ਬੋਲ ਖਰੇ ਉਤਰਨਗੇ, ਜੋ ਬੋਲ ਸਾਨੂੰ ਪ੍ਰਵਾਨ ਹੋਣਗੇ, ਉਹੀ ਲਿਖੇ ਜਾਣਗੇ। ਔਰ ਪ੍ਰਵਾਨ ਬੋਲ ਉਹ ਹੋਣਗੇ ਜਿਨ੍ਹਾਂ ਵਿੱਚੋਂ ਨਿਰੰਕਾਰ ਦੇ ਨਾਮ ਦੀ ਖੁਸ਼ਬੋਈ ਆਵੇਗੀ। ਜਿਨ੍ਹਾਂ ਬੋਲਾਂ ਵਿੱਚ ਹੰਕਾਰ ਹੋਇਆ ਉਹ ਅਸੀਂ ਦਰਜ ਨਹੀਂ ਕਰਨੇ। ਸੁਣਾਓ ਆਪਣੇ ਬੋਲ। ਕਾਨੂੰ ਵਾਚ ਕਾਨਾ ਜੀ ਆਖਣ ਲੱਗੇ, ਉਹੀ ਰੇ ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਨ ਸਭ ਗਾਵੇਂ, ਖੋਜਤ ਖੋਜ ਨਾ ਕੋਈ ਰੇ। ਪਹਿਲਾ ਲਫ਼ਜ਼ ਹੀ ਮੈਂ ਵਰਤਿਆ, ਭਾਵ ਮੈਂ ਪਰਮੇਸ਼ਵਰ ਦਾ ਸਰੂਪ ਹਾਂ। ਮਹਾਰਾਜ ਕਹਿੰਦੇ ਤੁਹਾਡੇ ਬੋਲਾਂ ਚੋਂ ਨਿਰੰਕਾਰ ਦੀ ਖੁਸ਼ਬੋਈ ਨਹੀਂ ਆਉਂਦੀ, ਹੰਕਾਰ ਦੀ ਬੂ ਪਈ ਆਉਂਦੀ ਹੈ। ਤੇ ਅਸੀਂ ਉਹ ਬਾਣੀ ਪ੍ਰਵਾਨ ਕਰਨੀ ਹੈ ਜਿਹਦੇ ਵਿੱਚੋਂ ਅਕਾਲ ਪੁਰਖ ਦੀ ਵਡਿਆਈ ਝਲਕੇ, ਜਿਹਦੀ ਸਾਧਨਾ ਕਰਕੇ ਮੈਂ ਭੁੱਲ ਜਾਵੇ, ਤੂੰ ਵਿੱਚ ਅਭੇਦਤਾ ਹੋਵੇ। ਪਰ ਤੁਹਾਡੇ ਬੋਲਾਂ ਚੋਂ ਤੇ ਮੈਂ ਦੀ ਆਵਾਜ਼ ਆਉਂਦੀ ਹੈ। ਮੈਂ ਕਰਨ ਵਾਲਾ ਰੱਬ ਤਾਈਂ ਨਹੀਂ ਪਹੁੰਚਦਾ, ਤੂੰ ਕਰਨ ਵਾਲਾ ਖੁਦਾ 'ਚ ਅਭੇਦ ਹੁੰਦਾ ਏ। ਕਬੀਰ ਤੂ ਤੂ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਕਰਨ ਵਾਲਾ ਤੂੰ ਹੀ ਹੋ ਗਿਆ, ਰੱਬ ਵਿੱਚ ਭੇਦ ਹੀ ਹੋ ਗਿਆ। ਅਸੀਂ ਤੂੰ ਵਿੱਚ ਲੀਨ ਹੋਣਾ ਹੈ, ਮੈਂ ਚੋਂ ਨਿਕਲ ਕੇ, ਕਿਉਂਕਿ ਜਨਮ ਤੂੰ ਵਿੱਚ ਲੀਨ ਹੋਣ ਲਈ ਮਿਲਿਆ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਨਮ ਇਸ ਲਈ ਮਿਲਿਆ ਹੈ। ਖੈਰ ਮਹਾਰਾਜ ਨੇ ਬੋਲ ਪ੍ਰਵਾਨ ਨਾ ਕੀਤੇ। ਬਾਣੀ ਕਹਿੰਦੀ ਹੈ ਨਾ, ਜੋ ਜੋ ਕਰਤੇ ਅਹੰ ਮੇਉ, ਛੜ ਧਰਤੀ ਪੜਤੇ। ਜਿਹੜੇ ਹੰਕਾਰ ਕਰਦੇ ਨੇ ਉਹ ਧਰਤੀ ਤੇ ਡਿੱਗ ਪੈਂਦੇ ਨੇ, ਉਹਨਾਂ ਦਾ ਖੁਰਾ ਖੋਜ ਮਿਟ ਜਾਂਦਾ ਹੈ। ਹੰਕਾਰ ਪ੍ਰਵਾਨ ਨਹੀਂ ਹੈ ਅਕਾਲ ਪੁਰਖ ਦੇ ਘਰ ਅੰਦਰ। ਅਗਲਾ ਇੱਕ ਸਤਿਪੁਰਸ਼ ਅਖਵਾਉਣ ਵਾਲਾ ਪੀਲੂ ਆਇਆ। ਪੀਲੂ ਵਾਚ, ਪੀਲੂ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ, ਉਹਨਾਂ ਚਿੱਕੜ ਪਾਵਨਾ ਬੋੜਿਆ, ਨਾ ਆਲੂਦ ਭਏ। ਪੀਲੂ ਕਹਿੰਦਾ ਸਾਡੇ ਨਾਲੋਂ ਤੇ ਉਹ ਹੀ ਚੰਗੇ ਨੇ ਜਿਹੜੇ ਜੰਮੇ ਹੀ ਨਹੀਂ ਦੁਨੀਆ ਤੇ, ਗਰਭ ਵਿੱਚ ਹੀ ਮਰ ਗਏ। ਭਾਵ ਸੰਸਾਰ ਰੂਪੀ ਚਿੱਕੜ ਵਿੱਚ ਪੈਰ ਹੀ ਨਾ ਪਾਇਆ, ਮਾਇਆ ਤੋਂ ਬਚ ਗਏ, ਵਿਸ਼ਿਆਂ ਵਿਕਾਰਾਂ ਤੋਂ ਬਚ ਗਏ। ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਤੁਹਾਡੇ ਬੋਲ ਗੁਰਮਤਿ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ, ਕਰਤਾਰ ਦੇ ਭਾਣੇ ਨੂੰ ਕੱਟਦੇ ਨੇ।
ਬੰਦਾ ਕੌਣ ਹੈ? ਪੈਦਾ ਹੋਣ ਵਾਲਾ, ਦੁਨੀਆ ਤੋਂ ਜਾਣ ਵਾਲਾ। ਇਹ ਸਭ ਪੈਦਾਇਸ਼ ਖਾਤਮਾ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਹੁਕਮੇ ਜੁਗ ਮਹਿ ਆਇਆ, ਚੱਲਣ ਹੁਕਮ ਸੰਜੋਗ ਜੀਓ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ ਹੈ। ਉਹਦੇ ਹੁਕਮ ਵਿੱਚ ਸੰਜੋਗ ਹੈ, ਵਿਜੋਗ ਹੈ, ਪੈਦਾਇਸ਼ ਹੈ, ਖਾਤਮਾ ਹੈ। ਹੁਕਮ ਵਿੱਚ ਚੱਲਣ ਵਾਲਾ ਪ੍ਰਵਾਨ ਹੈ। ਤੇ ਤੁਸੀਂ ਕਹਿੰਦੇ ਹੋ ਜੰਮਣਾ ਹੀ ਨਹੀਂ ਸੀ। ਇਹ ਖੋਟਿਆਂ ਵਾਲੀਆਂ ਗੱਲਾਂ ਨੇ। ਖੋਟੇ ਠਵਰ ਨਾ ਪਾਏ ਨੀ, ਰਲੇ ਜੂਠਾਨੇ, ਖੋਟੇ ਸਿੱਕੇ ਨਹੀਂ ਚੱਲਦੇ ਹੁੰਦੇ। ਇਹ ਬੋਲ ਤੁਹਾਡੇ ਅਸੀਂ ਨਹੀਂ ਮੰਨਦੇ। ਤੀਸਰਾ ਆ ਗਿਆ ਸੰਤ ਖਵਾਉਣ ਵਾਲਾ, ਛੱਜੂ ਵਾਚ। ਕਹਿੰਦਾ ਕਾਗਦ ਸੰਧੀ ਪੂਤਲੀ ਤਉ ਵੀ ਤ੍ਰਿਆ ਨਾ ਨਿਹਾਰ, ਯਹੀ ਮਾਰ ਲੈ ਜਾਵਈ ਜਥਾ ਬਿਲੋਚਨ ਧਾਰ। ਕਹਿੰਦਾ ਇਸਤਰੀ ਨਰਕਾਂ ਦਾ ਦਰਵਾਜ਼ਾ ਹੈ। ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ, ਦੇਖ ਲਓ ਕਾਮ ਵਾਸ਼ਨਾ ਪੈਦਾ ਹੁੰਦੀ ਹੈ, ਨਰਕਾਂ 'ਚ ਜਾਓਗੇ। ਇੱਥੋਂ ਤੱਕ ਕਾਗਜ਼ ਦੇ ਉੱਤੇ ਇਸਤਰੀ ਦੀ ਤਸਵੀਰ ਬਣੀ ਹੋਵੇ, ਉਹ ਵੀ ਵੇਖ ਲਓ, ਕਾਮ ਵਾਸ਼ਨਾ ਪ੍ਰਗਟ ਹੋਵੇਗੀ, ਨਰਕਾਂ ਨੂੰ ਜਾਓਗੇ। ਗੁਰੂ ਅਰਜਨ ਸਾਹਿਬ ਕਹਿੰਦੇ ਤੋਹੀਨ ਕਰ ਰਿਹਾ ਹੈ ਤੂੰ ਇਸਤਰੀ ਜਾਤ ਦੀ, ਜਿਹਦੀ ਕੁੱਖ 'ਚੋਂ ਬੜੇ ਬੜੇ ਸੰਤ ਮਹਾਂਪੁਰਸ਼ ਪੈਦਾ ਹੁੰਦੇ ਨੇ। ਉਹ ਜੇ ਮਾਈ ਨਾ ਹੁੰਦੀ ਤੇ ਤੂੰ ਕਿੱਥੋਂ ਜੰਮ ਪੈਂਦਾ? ਤੂੰ ਰੱਬ ਦੇ ਗੀਤ ਕਿੱਥੋਂ ਗਾਉਂਦਾ? ਤੂੰ ਸੰਤ ਕਿੱਦਾਂ ਅਖਵਾਉਂਦਾ? ਸਿੱਖ ਜਗਤ ਦਾ ਸਿਧਾਂਤ ਹੈ, ਸੋ ਕਿਉ ਮੰਦਾ ਆਖਿਆ ਜਿਤ ਜੰਮੈ ਰਾਜਾਨ। ਸਾਧੂ ਸਤਪੁਰਸ਼ ਰਾਜਿਆਂ ਨੂੰ ਦੁਨੀਆ 'ਤੇ ਲਿਆਉਂਦੀ ਹੈ ਇਸਤਰੀ। ਸੋ ਤੇਰੇ ਬੋਲ ਸਾਨੂੰ ਪ੍ਰਵਾਨ ਨਹੀਂ। ਕਾਮ ਵਾਸ਼ਨਾ ਗੈਰ ਇਸਤਰੀ ਵੱਲ ਵੇਖ ਕੇ ਪੈਦਾ ਹੋਵੇ ਨਾ, ਆਪਣੀ ਇਸਤਰੀ ਤੋਂ ਲਹਿਦਾ, ਆਪਣੇ ਮਰਦ ਤੋਂ ਲਹਿਦਾ ਗੈਰ ਮਰਦ ਵੱਲ ਵੇਖ ਕੇ ਇਸਤਰੀ ਵਿੱਚ ਕਾਮ ਵਾਸ਼ਨਾ ਪੈਦਾ ਹੋਵੇ। ਪਰ ਤਰੇ ਰਾਵਣ ਜਾਹੇ ਸਹੀ ਤਾਂ ਲਾਜੀਆ ਹੈ। ਪਰ ਤਰੇ ਦਾ ਰਾਵਣ ਕਰੋਗੇ ਜੇ, ਭਾਵ ਭੋਗੋਗੇ ਜੇ, ਭੋਗ ਕਰੋਗੇ ਜੇ, ਫਿਰ ਲਾ ਜਾਵੇਗੀ ਤੁਹਾਨੂੰ। ਕਹਿੰਦੇ ਘਰ ਵਿੱਚ ਤੇਰੀ ਮਾਤਾ ਹੈ, ਭੈਣ ਹੈ, ਮੱਥੇ ਲੱਗਦਾ ਹੀ ਹੈ ਨਾ, ਕਿਤੇ ਮੱਥੇ ਲੱਗਿਆ ਕਾਮ ਵਾਸ਼ਨਾ ਪੈਦਾ ਹੁੰਦੀ। ਇਹ ਤੇ ਭਾਵਨਾ ਦੀ ਖੇਡ ਹੈ। ਇਸਤਰੀ ਵੇਖਣ ਨਾਲ ਕੋਈ ਪਾਪ ਨਹੀਂ ਲੱਗਦਾ। ਜੇ ਮੰਦੀ ਭਾਵਨਾ ਹੈ ਪਾਪ ਫਿਰ ਹੈ। ਸੋ ਮਹਾਰਾਜ ਕਹਿੰਦੇ ਇੰਨਾ ਵਿਤਕਰਾ ਠੀਕ ਨਹੀਂ ਇਸਤਰੀ ਜਾਤ ਨਾਲ। ਜੇ ਵਾਕਿਆ ਹੀ ਉਹ ਨਰਕ ਦਾ ਦਰਵਾਜ਼ਾ ਹੈ ਤੇ ਉਹਦਾ ਕੀ ਕਸੂਰ ਹੈ? ਰੱਬ ਦਾ ਕਸੂਰ ਹੋ ਗਿਆ ਹੈ ਤੇ ਜਿਹਨੇ ਪੈਦਾ ਕੀਤਾ ਇਸਤਰੀ ਨੂੰ। ਸੋ ਭਾਈ ਤੂੰ ਰੱਬ ਦਾ ਕਸੂਰ ਨਾ ਕੱਢ, ਉਹਦੇ ਹੁਕਮ ਨੂੰ ਗਲਤ ਨਾ ਕਹਿ। ਇਹ ਵੀ ਬੋਲ ਪ੍ਰਵਾਨ ਨਾ ਹੋਏ। ਤੇ ਇੱਕ ਹੋਰ ਆ ਗਿਆ ਸ਼ਾਹ ਹੁਸੈਨ ਨੂੰ ਵਾਚ। ਉਹ ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਚਾਹੇ ਵੇ ਅੜਿਆ। ਕਹਿੰਦਾ ਮੌਨ ਧਾਰਨਾ ਹੀ ਠੀਕ ਹੈ, ਚੁੱਪ ਹੋ ਜਾਣਾ ਹੀ ਠੀਕ ਹੈ। ਕਿਉਂਕਿ ਅਲਫਾਜ਼ ਕਈ ਵਾਰ ਗਲੂਏ ਚੋਂ ਗਲਤ ਨਿਕਲਦੇ ਨੇ, ਕਲਯੁਗੀ ਬਚਨ ਨਿਕਲਦੇ ਨੇ। ਰੱਬ ਦੇ ਗੀਤ ਹਰ ਸਮੇਂ ਗਾਏ ਨਹੀਂ ਜਾਂਦੇ। ਮੌਨ ਧਾਰਨਾ ਹੀ ਠੀਕ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਵੀ ਬੋਲ ਪ੍ਰਵਾਨ ਨਹੀਂ। ਜੇ ਖਾਮੋਸ਼ ਹੀ ਰਹਿਣਾ ਹੈ ਤੇ ਪੱਥਰ ਜੜ ਹੈ, ਖਾਮੋਸ਼ ਹੈ, ਵਨਸਪਤੀ ਖਾਮੋਸ਼ ਹੈ। ਇਹ ਜਿਹੜੇ ਪਸ਼ੂ ਪੰਛੀ ਨੇ ਆਵਾਜ਼ ਕੱਢਦੇ ਨੇ, ਪਰ ਇਹ ਸੱਤਾ ਨਹੀਂ ਰੱਬ ਦੇ ਗੀਤ ਗਾ ਕੇ ਮੁਕਤ ਹੋ ਸਕਣ। ਤੇਰੇ ਨਾਲੋਂ ਤੇ ਫਿਰ ਜਿਹੜੇ ਪੱਥਰ ਨੇ, ਪਸ਼ੂ ਪੰਛੀ ਨੇ, ਉਹਨਾਂ ਦਾ ਕੀ ਫਰਕ ਹੋਇਆ? ਇਹ ਤੈਨੂੰ ਮਨੁੱਖਾ ਜਾਮਾ ਸ੍ਰੇਸ਼ਟ ਮਿਲਿਆ ਹੈ। ਇਸ ਵਜੂਦ ਨਾਲ ਜ਼ੁਬਾਨ ਲੱਗੀ ਹੈ। ਕਹਿੰਦੇ ਬੋਲਣਾ ਹੈ ਪਰ ਸੱਚ ਬੋਲਣਾ ਹੈ, ਕੁਫਰ ਨਹੀਂ ਤੋਲਣਾ, ਲੋੜ ਪੈਣ ਤੇ ਬੋਲਣਾ ਹੈ, ਅਜਾਈ ਨਹੀਂ ਬੋਲਣਾ। ਰੱਬ ਦੇ ਗੀਤ ਗਾਉਣੇ ਨੇ, ਚੁਗਲੀ ਨਿੰਦਾ ਨਹੀਂ ਕਰਨੀ। ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਕੁਝ ਬੋਲਣਾ ਹੈ, ਕੁਝ ਸੁਣਨਾ ਹੈ। ਰੱਬ ਦੇ ਗੀਤ ਗਾਉਣੇ ਨੇ। ਜੇ ਗੀਤ ਨਹੀਂ ਗਾਉਂਦਾ ਰੱਬ ਦੇ, ਕਹਿੰਦੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਜ਼ੁਬਾਨ ਕੱਟ ਦਿਓ, ਇਹ ਕਿਹੜੇ ਕੰਮ ਹੈ? ਕਿਸੇ ਵੀ ਨਹੀਂ ਕਹਿੰਦੇ। ਰੱਬ ਦੇ ਗੀਤ ਗਾਓ ਤੇ ਮੁਕਤੀ ਪਾਓ। ਇਹ ਵੀ ਬੋਲ ਪ੍ਰਵਾਨ ਨਾ ਹੋਏ। ਇੱਕ ਭਗਤ ਆਇਆ ਸੂਰਦਾਸ, ਨੇਤਰਹੀਣ, ਲਾਠੀ ਦੇ ਆਸਰੇ ਬਰਿੰਦਰਾਬਨ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਿਆ। ਚਰਨਾਂ ਵਿੱਚ ਬਹਿ ਗਿਆ ਗੁਰੂ ਅਰਜਨ ਸਾਹਿਬ ਦੇ। ਕਹਿੰਦਾ ਬਾਪੂ ਕੁਝ ਬੋਲ ਸਾਂਝੇ ਕਰਾਂ। ਮਹਾਰਾਜ ਕਹਿੰਦੇ ਬੋਲੋ। ਇਹ ਜਿਹੜਾ ਸੂਰਦਾਸ ਸੀ ਨਾ, ਕਵੀ ਵੀ ਸੀ, ਚੰਗਾ ਸੰਗੀਤਕਾਰ ਵੀ ਸੀ। ਸਾਰੰਗ ਰਾਗ ਵਿੱਚ ਧੁਨ ਅਲਾਪੀ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ। ਹੈ ਮਨ ਬੇਮੁਖਾਂ ਦਾ ਸਾਥ ਛੱਡ। ਜਿਹੜੇ ਮਨਮੁਖ ਨੇ ਆਪ ਨਰਕਾਂ ਨੂੰ ਜਾਣਗੇ, ਤੈਨੂੰ ਵੀ ਲੈ ਜਾਣਗੇ। ਗੁਰਮੁਖਾਂ ਦੀ ਸੰਗਤ ਕਰ, ਸੰਤਾਂ ਦੀ ਸੰਗਤ ਕਰ। ਜਿਵੇਂ ਕਬੀਰ ਕਹਿੰਦੇ ਨਾ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ,
ਬਾਸਨ ਕਾਰੋ ਪਰਸੀਐ ਤੋ ਕਛ ਲਾਗੈ। ਦਾਗ ਕਾਲਾ ਭਾਂਡਾ ਹੈ, ਸਾਕਤ ਜਿਹੜਾ ਰੱਬ ਤੋਂ ਖੁਦਾ ਤੋਂ ਦੂਰ ਕਰਨ ਦੀ ਸਲਾਹ ਦਿੰਦਾ ਹੈ। ਤੈਨੂੰ ਕਾਲਖ ਲੱਗੇਗੀ, ਦੂਰ ਰਹਿ ਉਹਦੇ ਕੋਲੋਂ। ਗੁਰਮੁਖਾਂ ਦੀ ਸੰਗਤ ਆ, ਊਤਮ ਸੰਗਤ ਊਤਮ ਹੋਵੇ, ਉੱਚਾ ਹੋ ਜਾਵੇਂਗਾ ਤੂੰ, ਵਡਿਆਈ ਹੋਵੇਗੀ ਤੇਰੀ। ਸੂਰਦਾਸ ਜੀ ਨੇ ਏਡਾ ਮਿਠਾਸ ਨਾਲ ਗਾਇਆ, ਉਹ ਜੋ ਸੁਣਦੇ ਨੇ ਨਾ ਸੰਗਤੀ ਰੂਪ ਵਿੱਚ, ਉਹਨਾਂ ਦੇ ਮਨ ਟਿਕ ਗਏ। ਆਪ ਵੀ ਉਹ ਸਹਿਜ ਸਮਾਧ ਵਿੱਚ ਚਲੇ ਗਏ। ਬਾਣੀ ਕਹਿੰਦੇ ਨਾ, ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਇਹ ਸਮਾਧੀ ਦਾ ਰਸ ਉਹੀ ਮਾਣ ਸਕੇ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ। ਦੂਸਰੇ ਲਈ ਤੇ ਕਹਿੰਦੇ ਨੇ ਹੱਥ ਨਾ ਪਹੁੰਚੇ ਤੇ ਥੂ ਕੌੜੀ। ਜਿਹੜਾ ਅੰਨਾ ਹੈ ਉਹਨੇ ਹੁਣ ਸੂਰਜ ਕਿੱਥੋਂ ਵੇਖ ਲੈਣਾ ਹੈ। ਗੁਰੂ ਦੀ ਕਿਰਪਾ ਹੋਵੇ ਤੇ ਰਸ ਆਉਂਦਾ ਹੈ। ਇਹਦੇ ਵਰਗਾ ਦੂਜਾ ਕੋਈ ਰਸ ਨਹੀਂ ਹੈ, ਨਾ ਪਰਿਵਾਰ ਦਾ, ਨਾ ਕਾਰੋਬਾਰ ਦਾ, ਨਾ ਬੱਚਿਆਂ ਦਾ, ਨਾ ਪੈਸੇ ਦਾ। ਨਾਮ ਰਸ ਵਰਗਾ ਕੋਈ ਰਸ ਨਹੀਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਨਾਮ ਰਸ ਨਾਲੋਂ ਸਭ ਪਿੱਛੇ ਨੇ। ਗੁਰੂ ਅਰਜਨ ਸਾਹਿਬ ਬੜੇ ਖੁਸ਼ ਹੋਏ, ਕਹਿੰਦੇ ਇਹਨਾਂ ਦੀ ਬਾਣੀ ਦਰਜ ਕਰਨੀ ਹੈ ਸ਼੍ਰੀ ਆਦਿ ਗ੍ਰੰਥ ਦੇ ਵਿੱਚ। ਪਰ ਇਹ ਪੂਰਾ ਪਤਾ ਨਹੀਂ ਬੋਲ ਰਹੇ, ਕਿਉਂਕਿ ਆਪ ਟਿਕ ਗਏ ਨੇ। ਉਧਰੋਂ ਲਾਂਗਰੀ ਨੇ ਆਵਾਜ਼ ਦਿੱਤੀ, ਮਹਾਰਾਜ ਲੰਗਰ ਤਿਆਰ ਹੈ, ਆਓ ਭੋਗ ਲਾਓ, ਸੰਗਤਾਂ ਨੇ ਛਕਣਾ ਹੈ। ਕਰੀ ਪਾਕ ਸਾਲ ਸੌਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਆ ਕੇ ਕਿਰਪਾ ਕਰੋ, ਪ੍ਰਸ਼ਾਦ ਨੂੰ ਸੀਤ ਕਰ ਦਿਓ, ਸੰਗਤਾਂ ਛਕਣ। ਇਹ ਗੁਰੂ ਹੀ ਕੇਵਲ ਭੋਗ ਲਾਉਂਦਾ ਹੈ, ਪ੍ਰਵਾਨ ਕਰਦਾ ਹੈ, ਸੀਤ ਕਰਦਾ ਹੈ ਪ੍ਰਸ਼ਾਦ ਨੂੰ। ਬਾਕੀ ਜੇ ਕੋਈ ਦੇਹ ਧਾਰੀ ਆਖੇ ਮੈਂ ਛਕ ਲਿਆ ਤੇ ਇਹ ਪ੍ਰਸ਼ਾਦ ਬਣ ਗਿਆ, ਹੁਣ ਲੋਕ ਛਕਣ, ਇਹ ਪਖੰਡ ਹੈ। ਇਹ ਕੇਵਲ ਗੁਰੂ ਦੇ ਕੋਲ ਅਜ਼ਮਤ ਹੈ, ਤਾਕਤ ਹੈ। ਹੁਣ ਮਹਾਰਾਜ ਵਿਚਾਰ ਕਰਦੇ ਨੇ, ਜੇ ਲੰਗਰ ਛਕਣ ਲਈ ਉੱਠਦੇ ਆ ਤੇ ਭਗਤ ਦੀ ਤੋਹੀਨ ਹੈ, ਇਹ ਸਮਾਧੀ ਵਿੱਚ ਹੈ। ਜੇ ਇਹਦੇ ਬੋਲ ਦਰਜ ਨਹੀਂ ਕਰਦੇ ਬਾਣੀ 'ਚ, ਇਹਦੀ ਤੋਹੀਨ ਹੋਵੇਗੀ। ਦੂਸਰੇ ਬੰਨੇ ਲੰਗਰ ਵੀ ਬੜਾ ਪਾਵਨ ਪਵਿੱਤਰ ਹੈ, ਸੰਗਤ ਉਡੀਕ ਰਹੀ ਹੈ। ਜੇ ਲੰਗਰ ਵੱਲ ਨਹੀਂ ਜਾਂਦੇ, ਲੰਗਰ ਤਿਆਰ ਹੈ, ਇਹ ਲੰਗਰ ਦੀ ਤੋਹੀਨ ਹੋਵੇਗੀ। ਬਾਣੀ ਕਹਿੰਦੀ ਹੈ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਦੇਵਤੇ ਕਿਹਾ ਹੈ ਅੰਨ ਨੂੰ, ਭਾਵ ਬੜਾ ਪਵਿੱਤਰ ਹੈ ਅੰਨ, ਕਿਉਂਕਿ ਸਾਡੇ ਜੀਵਨ ਦਾ ਆਧਾਰ ਹੈ, ਪਰਮਾਤਮਾ ਦਾ ਰੂਪ ਹੈ ਅੰਨ। ਭਾਈ ਗੁਰਦਾਸ ਨੂੰ ਮਹਾਰਾਜ ਕਹਿੰਦੇ, ਇੱਦਾਂ ਕਰੋ, ਇਹਨਾਂ ਦੀ ਸਮਾਧੀ ਲੱਗੀ ਰਹਿਣ ਦਿਓ। ਆ ਇੱਕੋ ਪੰਕਤੀ ਇਹਨਾਂ ਦੀ ਆਦਿ ਗ੍ਰੰਥ ਵਿੱਚ ਲਿਖ ਦਈਏ, ਛਾੜ ਮਨ ਹਰ ਬਿਮੁਖਨ ਕੋ ਸੰਗ। ਭਾਈ ਗੁਰਦਾਸ ਜੀ ਅਚੰਭੇ ਵਿੱਚ ਨੇ, ਮਹਾਰਾਜ ਤੁਸੀਂ ਭਗਤਾਂ ਸੰਤਾਂ ਦੀ ਬਾਣੀ ਲਿਖੀ ਹੈ ਆਦਿ ਗ੍ਰੰਥ ਵਿੱਚ, ਉਹਦੇ ਪਿੱਛੇ ਉਹਨਾਂ ਭਗਤਾਂ ਸੰਤਾਂ ਦਾ ਨਾਮ ਹੈ। ਰਹਿੰਦੀ ਦੁਨੀਆ ਤੱਕ ਜਿਹੜਾ ਬਾਣੀ ਪੜ੍ਹੇਗਾ, ਉਹ ਨਾਮ ਨੂੰ ਪੜ੍ਹ ਕੇ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰੇਗਾ, ਉਹ ਅਮਰ ਰਹਿਣਗੇ। ਪਰ ਸੂਰਦਾਸ ਜੀ ਦਾ ਨਾਮ ਤੇ ਇਸ ਪੰਕਤੀ 'ਚ ਆ ਨਹੀਂ ਰਿਹਾ। ਮਹਾਰਾਜ ਕਹਿੰਦੇ, ਇੱਦਾਂ ਕਰੋ, ਮੈਂ ਸ਼ਬਦ ਉਚਾਰ ਦਿੰਨਾ, ਸਮਰਪਿਤ ਸੂਰਦਾਸ ਨੂੰ ਕਰ ਦਿੰਨਾ, ਤੇ ਸ਼ਬਦ ਤੋਂ ਪਹਿਲਾਂ ਇਹ ਪੰਕਤੀ ਲਿਖ ਦਿਓ। ਤੁਸੀਂ ਹੈਰਾਨ ਰਹਿ ਜਾਓਗੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਮਹੱਲੇ ਤੋਂ ਸ਼ੁਰੂ ਹੁੰਦੇ ਨੇ, ਜਿਵੇਂ ਸ਼ਲੋਕ ਮਹੱਲਾ ਪਹਿਲਾ, ਸਾਰੰਗ ਮਹੱਲਾ ਪੰਜਵਾਂ, ਇੱਦਾਂ ਮੰਗਲ ਆ ਜਾਂਦਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰ ਇੱਥੇ ਮਹੱਲੇ ਤੋਂ ਪਹਿਲਾਂ ਉਹ ਪੰਕਤੀ ਲਿਖੀ ਹੈ, ਛਾੜ ਮਨ ਹਰ ਬਿਮੁਖਨ ਕੋ ਸੰਗ। ਫਿਰ ਸ਼ਬਦ ਉਚਾਰਿਆ ਗੁਰੂ ਅਰਜਨ ਸਾਹਿਬ ਨੇ, ਸਾਰੰਗ ਮਹੱਲਾ ਪੰਜਵਾਂ, ਸੂਰਦਾਸ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਕੇ ਸੰਗ ਬਸੇ ਹਰ ਲੋਕ। ਇਹ ਸ਼ਬਦ ਉਚਾਰਿਆ। ਹੁਣ ਸੂਰਦਾਸ ਜੀ ਦਾ ਨਾਮ ਅਮਰ ਰਵੇ। ਅਖੀਰਲੀ ਪੰਕਤੀ 'ਚ ਨਾਨਕ ਲਫ਼ਜ਼ ਦੀ ਜਗ੍ਹਾ ਸੂਰਦਾਸ ਲਿਖਿਆ ਗੁਰੂ ਅਰਜਨ ਸਾਹਿਬ ਨੇ। ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਹੋ ਪਰਲੋਕ। ਅਮਰਾ ਪਦ ਬਖਸ਼ ਦਿੱਤਾ ਸੂਰਦਾਸ ਨੂੰ। ਇਹ ਨਿਰਮਾਣਤਾ ਕਰਕੇ, ਪ੍ਰੇਮ ਕਰਕੇ ਸੂਰਦਾਸ ਦੀ ਬਾਣੀ ਪ੍ਰਵਾਨ ਹੋਈ। ਸੋ ਮਹਾਰਾਜ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ। ਪ੍ਰੇਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਵੇਗਾ, ਮੁਕਤੀ ਨਹੀਂ ਹੋਵੇਗੀ। ਇੱਦਾਂ 1660 ਬਿਕਰਮੀ ਸੰਮਤ ਨੂੰ ਗੁਰੂ ਪਾਤਸ਼ਾਹ ਭਗਤਾਂ ਸੰਤਾਂ ਦੀ ਬਾਣੀ ਸ਼੍ਰੀ ਆਦਿ ਗ੍ਰੰਥ ਵਿੱਚ ਦਰਜ ਕਰਨੀ ਸ਼ੁਰੂ ਕੀਤੀ। ਰਾਮਸਰ ਵਿਖੇ 1661 ਬਿਕਰਮੀ ਸੰਮਤ ਨੂੰ ਇਹ ਰਚਨਾ ਦੀ ਸਮਾਪਤੀ ਹੋਈ। ਇਹ ਬੀੜ ਲਾਹੌਰ ਤੋਂ ਭਾਈ ਬੰਨੋ ਜੀ ਨੇ ਜਿਲਦ ਬੰਦ ਕਰਵਾਈ, ਤਿਆਰ ਕਰਵਾਈ ਸੀ। ਭਾਦੋਂ ਸੁਦੀ 1 ਨੂੰ
श्री गुरु ग्रंथ साहिब जी का प्रकाश हरमंदर साहिब होया। पहले गुरु के वजीर बाबा बुढ़ा जी होए ते हुक्मनामा आया सूही महला पंजवा। संतां के कारज आप खलोया हर काम करावण आया राम। ऐसा पावन हुक्मनामा आया, ऐसी महान गुरु पातशाह ने रचना की। इस रचना नूं असीं सदा सिर झुका के मनना है। सतगुर की बाणी सत सत कर जाणो गुर सिखो हर करता आप मोह हो कढ़ाए। गुर सिखा के मोह उजले करे हर प्यारा। गुर का जयकार संसार शब्द कराए। जेड़ा बाणी नूं सिर निवा के मन्नेगा ओ रोगां सोगां तो 84 लाख जूना तो मुक्त। ओदी जय जयकार। और गुरु गोबिंद सिंह ने हुक्म कीता सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की देह। यही हुक्म गुरु ग्रंथ साहिब दा है। सतगुर जागता है देव हाजरा हजूर प्रगट गुरु है साडे गुरु ग्रंथ साहिब। तां ही इन्हां दे सिर ते छतर झुलदा है। इन्हां अगे अरदास करदे हां, ये सरवणा नाल सुणदे ने, नदरी नदर सानू निहाल करदे ने। चौर बरदार इन्हां दे दर ते हाज़र रहिंदा है, क्योंकि कऊ हर समान नहीं राजा। ये भूपत सब दिवस चार के झूठे करत दिवाजा। गुरु जुगां जुगां तो कुल कायनात दा मालक है तू। सतगुर चौहों जुगी आप आपे परमेसर। ये चवर छतर तख्त ते सुभाएमान ही रहणगे। और ऐसे पहले गुरु ने जिन्हां दा प्रकाश ते है पर ज्योति जोत पुरब नहीं कदी आवेगा। नतमस्तक हाँ गुरां दे चरनां विच। भुल चुक दी खिमा बेअंत त्रुटियां विचार करदियां रह जांदियां ने। गुरु हरकृष्ण पातशाह गुरु ग्रंथ साहिब जी का संगतां दा कोटान कोट धन्नवाद। इस जगह ते मुख वजीर सत्कारयोग सिंह साहिब ज्ञानी रणजीत सिंह हुणां दा धन्नवाद, जो आप संगतां नूं प्रेर करके बेअंत सेवा गुरधामां दीआं कराउंदे ने। दिल्ली सिख गुरुद्वारा प्रबंधक कमेटी का धर्म प्रचार कमेटी का धन्नवाद। अमृत छको खंडे दी पौल नूं छक के जीवन सफला करो। वाहिगुरू जी का खालसा वाहिगुरू जी की फतेह।